ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਤੇ ਇਸ ਵਕਤ ਅਸੀਂ ਧਰਮਕੋਟ ਬੱਗਾ ਪਿੰਡ, ਜਿਹੜਾ ਕਿ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਪੈਂਦਾ ਪਿੰਡ ਹੈ, ਅਸੀਂ ਉਹ ਪਿੰਡ ਦੇ ਵਿੱਚ ਉੱਥੋਂ ਦੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਸਰਪੰਚ ਜਿਹੜੇ ਕਿ ਸਰਦਾਰ ਸੁਖਜਿੰਦਰ ਸਿੰਘ ਜੀ ਸਾਨੂੰ ਸਰਦਾਰ ਜਸਵੰਤ ਸਿੰਘ ਜੀ, ਉਹਨਾਂ ਦੇ ਨਿਵਾਸ ਸਥਾਨ 'ਤੇ ਉਹਨਾਂ ਦੇ ਨਾਲ ਬੈਠੇ ਹਾਂ। ਤੇ ਅਸੀਂ ਇਹਨਾਂ ਕੋਲੋਂ ਉਹ ਸਾਰੇ ਸਵਾਲ ਪੁੱਛਾਂਗੇ ਜਿਹੜੇ ਕਿ ਅਸੀਂ ਪੂਰੇ ਪੰਜਾਬ ਦੇ ਵਿੱਚ ਜਿੱਦਾਂ ਸਰਵੇ ਸਾਡਾ ਇਹ ਚੱਲ ਰਿਹਾ ਹੈ ਤੇ ਸਾਬਕਾ ਸਰਪੰਚਾਂ ਕੋਲੋਂ ਅਸੀਂ ਸਵਾਲ ਪੁੱਛ ਰਹੇ ਹਾਂ। ਤੇ ਕਿਉਂਕਿ ਕੈਪਟਨ ਸਾਹਿਬ ਨੇ ਜਦੋਂ ਜਿੱਤੇ ਸੀ ਤੇ ਇੱਕ ਐਲਾਨ ਕੀਤਾ ਸੀ ਕਿ ਸਮਾਰਟ ਵਿਲੇਜ ਹੋਣਗੇ, ਸਮਾਰਟ ਸਿਟੀਜ਼ ਹੋਣਗੇ ਤੇ ਸਮਾਰਟ ਹੀ ਸਕੂਲ ਹੋਣਗੇ। ਤੇ ਪਿੰਡ ਹੁਣ ਜਿਹੜੇ ਨੇ ਉਹ ਪਿੰਡਾਂ ਵਰਗੇ ਨਹੀਂ ਰਹਿਣਗੇ, ਪਿੰਡਾਂ ਨੂੰ ਇੱਕ ਸ਼ਹਿਰ ਬਣਾ ਦਿੱਤਾ ਜਾਊਗਾ। ਤੇ ਇਹ ਆਪਾਂ ਸਾਰੇ ਸਵਾਲ ਆਪਾਂ ਪੁੱਛਾਂਗੇ ਸਰਦਾਰ ਜਸਵੰਤ ਸਿੰਘ ਸੁਖਜਿੰਦਰ ਸਿੰਘ ਜੀ ਕੋਲੋਂ ਕਿ ਇਹਨਾਂ ਦਾ ਪਿੰਡ ਵਾਕਿਆ ਹੀ ਇੱਕ ਵਿਕਾਸ ਦੀ ਲੀਹ 'ਤੇ ਕਿੰਨਾ ਕੁ ਅੱਗੇ ਗਿਆ ਹੈ ਜਦੋਂ ਦੀ ਕਾਂਗਰਸ ਸਰਕਾਰ ਆਈ ਆ। ਤੇ ਇਹ ਵਾਕਿਆ ਹੀ ਪਿੰਡ ਜਿਹੜਾ ਹੈ ਇਹ ਸ਼ਹਿਰ ਲੱਗ ਰਿਹਾ ਹੈ। ਤੇ ਆਓ ਹੁਣ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਪਿੰਡ ਧਰਮਕੋਟ ਬੱਗਾ ਤੋਂ ਸਰਪੰਚ ਸਰਦਾਰ ਸੁਖਜਿੰਦਰ ਸਿੰਘ ਜੀ ਦੇ ਨਾਲ। ਹਾਂਜੀ ਸਰ। ਸਭ ਤੋਂ ਪਹਿਲੇ ਪੰਜਾਬ ਫੋਕਸ ਚੈਨਲ ਦਾ ਮੈਂ ਧੰਨਵਾਦ ਕਰਦਾ, ਜੀ ਆਇਆਂ ਕਹਿੰਦਾ ਉਹਨਾਂ ਦੀ ਪੂਰੀ ਟੀਮ ਨੂੰ। ਅੱਜ ਉਹ ਮੇਰੇ ਪਿੰਡ ਵਿੱਚ ਦਸਤਕ ਲੈ ਕੇ ਆਏ ਨੇ। ਉਸ ਤੋਂ ਬਾਅਦ ਮੈਂ ਆਪਣੀ ਪਾਰਟੀ ਦੇ ਪ੍ਰਧਾਨ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਜਿਹੜੇ ਉਸ ਸਮੇਂ ਦੇ ਮੁੱਖ ਮੰਤਰੀ ਸਨ, ਉਹਨਾਂ ਤੋਂ ਬਾਅਦ ਉਹਨਾਂ ਦੇ ਸਪੁੱਤਰ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਜਿਹੜੇ ਸਾਡੇ ਅੱਜ ਕੱਲ੍ਹ ਪਾਰਟੀ ਦੇ ਪ੍ਰਧਾਨ ਨੇ, ਤੇ ਆਪਣੀ ਪਿੰਡ ਦੀ ਜਨਤਾ ਦਾ, ਪਬਲਿਕ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ, ਜਿਨ੍ਹਾਂ ਨੇ ਸਾਨੂੰ ਇਹਨਾਂ ਮਾਣ ਬਖਸ਼ ਕੇ ਆਪਣੇ ਪਿੰਡ ਦੀ ਲਗਾਤਾਰ 2 ਵਾਰੀ ਸਰਪੰਚੀ ਦੀ ਸੇਵਾ ਬਖਸ਼ਿਸ਼ ਕੀਤੀ ਤੇ 2 ਵਾਰੀ ਬਲਾਕ ਸੰਮਤੀ ਦੀ ਸੇਵਾ ਜਿਹੜੀ ਹੈ ਉਹ ਬਖਸ਼ਿਸ਼ ਕੀਤੀ। ਮੈਂ ਅੱਛਾ ਸਰ, ਬਲਾਕ ਸੰਮਤੀ ਮੈਂਬਰ ਵੀ ਰਿਹਾ ਤੁਸੀਂ? ਮੇਰੇ ਮੈਡਮ ਨਰਿੰਦਰ ਕੌਰ ਜਿਹੜੇ ਨੇ ਉਹ ਵੀ ਲਗਾਤਾਰ 10 ਸਾਲ ਉਹ ਬਲਾਕ ਸੰਮਤੀ ਮੈਂਬਰ। ਠੀਕ ਹੈ। ਤੇ ਮੈਂ ਧੰਨਵਾਦ ਕਰਦਾ ਮੈਂ ਕਈਆਂ ਆਪਣੇ ਪਿੰਡ ਵਾਲਿਆਂ ਦਾ ਜਿਨ੍ਹਾਂ ਨੇ ਸਾਨੂੰ ਇਹਨਾਂ ਮਾਣ ਬਖਸ਼ਿਆ। ਜੀ ਧੰਨਵਾਦ ਸਰ। ਤੇ ਅੱਛਾ ਸਰ, ਹੁਣ ਮੈਂ ਗੱਲ ਕਰਾਂ ਤੁਹਾਡੇ ਨਾਲ ਤੇ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਜੀ, ਤੇ ਆਪਾਂ ਆਪਣੇ ਅਸਲੀ ਘਰ ਦੀ ਗੱਲ ਕਰੀਏ ਕਿ ਜਿੱਥੇ ਜਾ ਕੇ ਅਸੀਂ ਉੱਥੋਂ ਮੁੜ ਕੇ ਵਾਪਸ ਨਹੀਂ ਆਉਣਾ, ਸਾਡਾ ਅਸਲੀ ਘਰ ਹੋ ਗਈ ਹੈ, ਸ਼ਮਸ਼ਾਨ ਘਾਟ ਦੀ ਗੱਲ ਕਰੀਏ ਆਪਾਂ। ਤੇ ਤੁਹਾਡੇ ਟਾਈਮ 'ਤੇ ਜਿਹੜੀ ਸ਼ਮਸ਼ਾਨ ਘਾਟ ਦੀ ਕੰਡੀਸ਼ਨ ਹੈ ਉਹ ਕਿਸ ਤਰ੍ਹਾਂ ਦੀ ਸੀ? ਸਾਡੇ ਸਮੇਂ ਜਿਹੜਾ ਸ਼ਮਸ਼ਾਨ ਘਾਟ ਸੀ, ਮੇਰੇ ਪਿੰਡ ਦੇ 2 ਸ਼ਮਸ਼ਾਨ ਘਾਟ। ਇੱਕ ਪਿੰਡ ਜਦੋਂ ਜੌੜਾ ਸਿੰਘਾਂ ਨੂੰ ਆਪਾਂ ਜਾਂਦੇ ਹਾਂ, ਹਾਂਜੀ, ਉਸ ਪਾਸੇ ਆ ਅੱਧਾ ਪਿੰਡ ਸਾਡਾ ਜਿਹੜਾ ਉਸ ਪਾਸੇ ਸੰਸਕਾਰ ਕਰਦਾ ਬੈਠੇ। ਇੱਕ ਨਾਲ ਕੁਝ ਮਰਲੇ ਦਾ ਸ਼ਮਸ਼ਾਨ ਘਾਟ ਜਿਹੜਾ ਹੈਗਾ, ਉਹ ਜਦੋਂ ਆਪਾਂ ਅੱਡਾ ਬੋਤਲੇ ਸ਼ਾਹ ਤੋਂ ਬੁਰਜਰਾਈਆਂ ਨੂੰ ਜਾਂਦੇ ਹਾਂ ਤੇ ਅੱਡੇ ਦੇ ਵਿੱਚ ਬਿਲਕੁਲ ਸਥਿਤ ਹੈ। ਜਿਹੜਾ ਇਹ ਸ਼ਮਸ਼ਾਨ ਘਾਟ ਹੈ ਅੱਡਾ ਬੋਤਲੇ ਸ਼ਾਹ ਵਾਲਾ, ਇਹਦੀ ਪੋਜੀਸ਼ਨ ਜਿਹੜੀ ਬਹੁਤ ਮਾੜੀ ਸੀ। ਭਾਵ ਕਿ ਉੱਥੇ ਨਾ ਸੰਸਕਾਰ ਕਰਨ ਵਾਸਤੇ ਕੋਈ ਉੱਥੇ ਥੜਾ ਬਣਿਆ ਹੋਇਆ ਸੀ, ਨਾ ਉੱਥੇ ਕੋਈ ਸ਼ੈੱਡ ਸੀ ਕਿ ਜਦੋਂ ਕੋਈ ਬਾਰਿਸ਼ ਆ ਜੇ, ਹਾਲਾਤ ਮੌਸਮ ਦੇ ਖਰਾਬ ਹੋ ਜਾਣ, ਲੋਕ ਉੱਥੇ ਰੁਕ ਸਕਣ। ਇੱਥੋਂ ਤੱਕ ਕਿ ਉੱਥੇ ਨਾ ਕੋਈ ਪਾਣੀ ਦਾ ਪ੍ਰਬੰਧ ਸੀ ਕਿ ਜਿਹੜਾ ਲੋਕ ਉੱਥੇ ਪਾਣੀ ਵਰਤ ਸਕਣ। ਜਦੋਂ 13 ਤੋਂ 18 ਵਿੱਚ ਮੇਰੇ ਪਿਤਾ ਜੀ ਸਰਦਾਰ ਜਸਵੰਤ ਸਿੰਘ ਜੀ ਪੱਟੀ ਸਰਪੰਚ ਬਣੇ ਤੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜੀ ਨੇ ਸਾਨੂੰ ਉਹ ਸ਼ਮਸ਼ਾਨ ਘਾਟ ਵਾਸਤੇ ਜਿਹੜਾ ਸੀ 3 ਲੱਖ ਰੁਪਇਆ ਉਹ ਦਿੱਤਾ, ਉਹ ਗ੍ਰਾਂਟ ਦਿੱਤੀ। ਉਸ ਸੰਗਤ ਦਰਸ਼ਨ ਵਿੱਚ ਸਾਨੂੰ ਜਿਹੜੀ ਉਹ ਗ੍ਰਾਂਟ ਮਿਲੀ ਸੀ, ਉਹਦੇ ਨਾਲ ਅਸੀਂ ਉਹ ਸਾਰੀ ਉਹਦੀ 4 ਦੀਵਾਰੀ ਜਿਹੜੀ ਸੀ ਉਹ ਕੀਤੀ। ਉਹਦੇ ਵਿੱਚ ਇੱਕ ਅਸੀਂ ਬਰਾਂਡਾ ਜਿਹੜਾ ਸੀ ਉਹ ਬਣਾਇਆ, ਉੱਥੇ ਬੈਠਣ ਵਾਸਤੇ ਜਿਹੜੀਆਂ ਸੈਲਫਾਂ ਸੀ ਉਹ ਅਸੀਂ ਪਾਈਆਂ ਕਿ ਜਨਤਾ ਨੂੰ ਬੈਠਣ ਵਾਸਤੇ ਕੋਈ ਕਿਸੇ ਕਿਸਮ ਦੀ ਜਿਹੜੀ ਆ ਉਹ ਪ੍ਰੋਬਲਮ ਨਾ ਹੋ ਸਕੇ। ਉੱਥੇ ਪਾਣੀ ਵਾਸਤੇ ਜਿਹੜਾ ਸੀ ਅਸੀਂ ਇੱਕ ਨਲਕੇ ਦਾ ਵੀ ਜਿਹੜਾ ਪ੍ਰਬੰਧ ਕੀਤਾ ਤੇ 4 ਦੀਵਾਰੀ ਜਿਹੜੀ ਇਸ ਕਰਕੇ ਕੀਤੀ ਵੀ ਜਿਹੜੇ ਲੋਕ ਉਹ ਜ਼ਮੀਨ ਨੂੰ ਵੜੀ ਜਾ ਰਹੇ ਨੇ ਉਹ ਨਾ ਬਣ, ਉੱਥੇ ਨਜਾਇਜ਼ ਕਬਜ਼ਾ ਨਾ ਹੋਵੇ, ਕਿਉਂਕਿ ਕੁਝ ਲੋਕਾਂ ਨੇ ਪਹਿਲਾਂ ਵੀ ਉੱਥੇ ਉਸ ਜਗ੍ਹਾ ਵਿੱਚ ਜਿਹੜੀਆਂ ਦੁਕਾਨਾਂ ਨੇ ਉਹ। ਅੱਛਾ ਜੀ, ਠੀਕ ਹੈ। ਤੇ ਅੱਛਾ ਸਰ, ਇਸ ਤੋਂ ਇਲਾਵਾ ਉਸ ਟਾਈਮ 'ਤੇ ਵਾਟਰ ਸਪਲਾਈ ਹੈ ਸੀ? ਹਾਂ ਬਿਲਕੁਲ ਹੈਗੀ ਸੀ। ਤੇ ਉਹਦਾ ਪਾਣੀ ਸਾਫ਼ ਸੀ ਬਿਲਕੁਲ? ਉਹ ਦੇਖੋ ਜੀ, ਉਹਦਾ ਪਾਣੀ ਜਿਹੜਾ ਸੀਗਾ ਸਰਕਾਰ ਨੇ ਤਾਂ ਇਹ ਗੱਲ ਮਹਿਸੂਸ ਕੀਤੀ ਕਿ ਪਿੰਡਾਂ ਦੇ ਪਾਣੀ ਬਹੁਤ ਗੰਦੇ ਨੇ
ਜਿਹਦੇ ਨਾਲ ਲੋਕ ਬਿਮਾਰ ਹੋ ਰਹੇ ਨੇ, ਕੈਂਸਰ, ਹੈਜ਼ਾ, ਕਾਲਾ ਪੀਲੀਆ, ਹੋਰ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਸੀ ਲੱਗ ਰਹੀਆਂ ਸੀ। ਸਰਕਾਰ ਨੇ ਲੋਕਾਂ ਦੀ ਭਲਾਈ ਵਾਸਤੇ ਉਹ ਵਾਟਰ ਸਪਲਾਈ ਤੇ ਬਣਾਈ, ਪਰ ਉਹਦੀ ਜਿਹੜੀ ਪਾਈਪਲਾਈਨ ਸੀਗੀ ਉਹ ਬਹੁਤ ਮਾੜੀ ਸੀ, ਥਾਂ ਥਾਂ ਤੋਂ ਉਹਦੀ ਲੀਕੇਜ ਸੀ, ਉਹਦਾ ਕੋਈ ਮੇਨਟੇਨੈਂਸ ਦਾ ਕੋਈ ਬਹੁਤਾ ਜਿਹੜਾ ਪ੍ਰਬੰਧ ਨਹੀਂ ਸੀ। ਜਦੋਂ ਆਪਾਂ ਜਿਹੜਾ ਉਹਨੂੰ ਪੇਟ ਕਰ ਰਿਹਾ ਉਹਦੇ ਨਾਲ ਗੱਲ ਕਰਦੇ ਸੀ ਤੇ ਉਹ ਕਹਿੰਦਾ ਸੀ ਜੀ ਮੈਨੂੰ ਪੈਸੇ ਨਹੀਂ ਮਿਲਦੇ, ਇਹਦੀ ਮੇਨਟੇਨੈਂਸ ਵਾਸਤੇ ਪੈਸੇ ਨਹੀਂ ਮਿਲਦੇ, ਮੈਨੂੰ ਖੁਦ ਤਨਖਾਹਾਂ ਨਹੀਂ ਮਿਲ ਰਹੀਆਂ ਕਿ ਮੈਂ ਦੱਸੋ ਕੀ ਕਰ ਸਕਦਾ। ਚਲੋ ਉਹਦੀ ਵੀ ਮਜਬੂਰੀ ਹੋ ਸਕਦੀ ਆ। ਫਿਰ ਪਾਣੀ ਜਿਹੜਾ ਸੀ ਉਹ ਪੀਣ ਯੋਗ ਨਹੀਂ ਸੀ ਰਹਿੰਦਾ, ਅਤੇ ਜਦੋਂ ਪਾਣੀ ਪੀਣ ਯੋਗ ਨਾ ਰਿਹਾ ਤੇ ਬਹੁਤ ਸਾਰੇ ਲੋਕਾਂ ਨੇ ਜਿਹੜੀਆਂ ਸੀ ਆਪਣੇ ਘਰਾਂ ਦੇ ਕਨੈਕਸ਼ਨ ਜਿਹੜੇ ਸੀ ਘਟਾ ਬੰਦ ਕਰਵਾ। ਠੀਕ। ਤੇ ਅੱਛਾ ਸਰ, ਆਪਣੇ ਜਿੱਦਾਂ ਕਿ ਗੰਦਾ ਪਾਣੀ ਹੈ, ਗੰਦੇ ਪਾਣੀ ਦਾ ਨਿਕਾਸ ਸਰ ਕਿੱਦਾਂ ਹੈ ਤੁਹਾਡੇ ਟਾਈਮ 'ਤੇ? ਦੇਖੋ ਜੀ, ਪਿੰਡਾਂ ਵਿੱਚ ਨਾਲੀਆਂ ਬੜੀਆਂ ਸੀ ਬਹੁਤ ਪੁਰਾਣੀਆਂ, ਪਾਣੀ ਜਿਹੜਾ ਸੀ ਗਲੀਆਂ ਵਿੱਚ ਵੀ ਆ ਜਾਂਦਾ ਸੀ, ਭਾਵੇਂ ਕਿ ਪਿੰਡ ਦੇ ਸਾਹਮਣੇ ਵਾਲੇ ਪਾਸੇ ਚੜ੍ਹਦੇ ਪਾਸੇ ਪਿੰਡ ਦੀ ਡਰੇਨ, ਉਹਦਾ ਲੋਕਾਂ ਨੂੰ ਬੜਾ ਫਾਇਦਾ। ਜਦੋਂ ਫਲੱਡਸ ਵਗੈਰਾ ਆਉਂਦੇ ਨੇ, ਬਹੁਤ ਸਾਰੀ ਬਾਰਿਸ਼ ਹੁੰਦੀ ਹੈ ਅਤੇ ਕਾਫੀ ਪਿੰਡ ਜਿਹੜੇ ਪਾਣੀ ਵਿੱਚ ਘਿਰ ਜਾਂਦੇ ਨੇ, ਪਰ ਸਾਡੇ ਪਿੰਡ ਵਿੱਚ ਇੱਦਾਂ ਨਹੀਂ ਹੁੰਦਾ। ਪਿੰਡ ਉੱਚਾ ਹੈ, ਡਰੇਨ ਨੀਵੀਂ ਹੈ ਅਤੇ ਪਾਣੀ ਜਿਹੜਾ ਉਹਦੇ ਵਿੱਚ ਜਾਂਦਾ ਸੀ। ਪਰ ਸਾਨੂੰ ਪਹਿਲੇ ਜਦੋਂ 13 ਤੋਂ 18 ਵਿੱਚ ਮੇਰੇ ਪਿਤਾ ਜੀ ਸਰਪੰਚ ਬਣੇ, ਸਾਨੂੰ 5 ਲੱਖ ਰੁਪਈਆ ਜਿਹੜਾ ਸੀ ਨਾਲਿਆਂ ਵਾਸਤੇ ਆਇਆ। ਉਹਦੇ ਨਾਲ ਅਸੀਂ ਸਭ ਤੋਂ ਪਹਿਲਾਂ ਜਿਹੜੇ ਪਿੰਡ ਦੇ ਨਾਲੀਆਂ ਔਰ ਨਾਲੇ ਜਿਹੜੇ ਸੀ ਮੇਨ ਗੰਦੇ ਪਾਣੀ ਦੇ ਨਿਕਾਸ ਦਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਸੀ ਜਿਹੜਾ ਸੀ ਗੰਦਾ ਪਾਣੀ ਪਿੰਡ ਦਾ ਉਹ ਦੇਣ ਵਿੱਚ ਅਸੀਂ ਇਹ ਮਤਲਬ ਤੁਸੀਂ ਆਪਣੀ ਸਰਪੰਚੀ ਦੇ ਦੌਰਾਨ ਆਪਣੀ ਸਰਪੰਚੀ ਦਾ ਸ਼ਮਸ਼ਾਨ ਘਾਟ ਦਾ ਕੰਮ ਵੀ ਤੇ ਇਹ ਜਿਹੜਾ ਆਪਣਾ ਗੰਦੇ ਪਾਣੀ ਦੇ ਨਿਕਾਸ ਦਾ ਕੰਮ ਵੀ, ਇਹ ਵੀ? ਜੀ ਬਿਲਕੁਲ। ਠੀਕ ਹੈ। ਤੇ ਅੱਛਾ, ਸਟਰੀਟ ਲਾਈਟਾਂ ਹੈ ਆਪਣੇ ਪਿੰਡ ਦੇ ਵਿੱਚ? ਨਹੀਂ, ਬਿਲਕੁਲ ਨਹੀਂ। ਤੁਹਾਡੇ ਟਾਈਮ ਤੇ ਜਾਂ ਹੁਣ? ਨਹੀਂ ਸੀ, ਉਦੋਂ ਵੀ ਨਹੀਂ ਸੀ, ਹੁਣ ਵੀ ਨਹੀਂ ਹੈ। ਬੜੀ ਸਰ ਵੈਸੇ ਜ਼ਰੂਰੀ ਹੈ ਸਟਰੀਟ ਲਾਈਟਾਂ, ਰਾਤ ਦੇ ਟਾਈਮ 'ਤੇ ਬਹੁਤ ਜ਼ਰੂਰੀ ਹੁੰਦੀਆਂ ਨੇ। ਚਲੋ ਮੈਨੂੰ ਇੱਕ ਗੱਲ ਫਖਰ ਵੀ ਆ ਕਿ ਮੇਰੇ ਪਿੰਡ ਦੀ ਸਾਡੀ ਭੈਣ, ਸਾਡੀ ਧੀ, ਉਹ PCS ਆ, ਅਤੇ ਸ਼ਾਇਦ ਪਿਛਲੇ ਸਮੇਂ 'ਚ ਉਹਨਾਂ ਕੋਲ ਮਹਿਕਮਾ ਮਿਲਿਆ, ਅਤੇ ਮੈਂ ਇਹ ਮਹਿਸੂਸ ਕਰਦਾ ਕਿ ਸਾਨੂੰ ਕਹਿਣ ਦੀ ਲੋੜ ਨਹੀਂ ਸੀ ਪੈਣੀ ਚਾਹੀਦੀ ਕਿ ਸਾਡੇ ਪਿੰਡ ਵਿੱਚ ਜਿਹੜੀਆਂ ਲਾਈਟਾਂ ਸੀਗੀਆਂ ਉਹਨਾਂ ਨੂੰ ਆਪ ਹੀ ਪਹਿਲ ਦੇ ਆਧਾਰ 'ਤੇ, ਕਿਉਂਕਿ ਮਾਲਕ ਸੀ, ਉਹਨਾਂ ਕੋਲ ਮਹਿਕਮਾ ਸੀਗਾ, ਇਹ ਕਰਵਾ ਦੇਣੀਆਂ ਚਾਹੀਦੀਆਂ ਸੀ। ਬਿਲਕੁਲ, ਪਰ ਉਹਨਾਂ ਨਹੀਂ ਕਰਵਾਈਆਂ। ਤੇ ਚਲੋ ਜੋ ਹੁਣ ਚੱਲ ਰਿਹਾ ਉਹਦਾ ਚੱਲੀ ਜਾ ਰਿਹਾ। ਅਸੀਂ ਬੇਨਤੀ ਕਰਾਂਗੇ ਮੰਨ ਲਓ ਮੰਤਰੀ ਸਾਹਿਬ ਨੂੰ ਕਿ ਜਿਹੜੇ ਸਾਡੇ ਪਿੰਡ ਦੇ ਅਧੂਰੇ ਕੰਮ ਨੇ ਉਹ ਪੂਰੇ ਪਹਿਲ ਦੇ ਆਧਾਰ 'ਤੇ ਜਿਹੜੇ ਕੀਤੇ ਪੂਰੇ ਕੀਤੇ। ਠੀਕ ਹੈ। ਤੇ ਸਰ ਉਸ ਟਾਈਮ 'ਤੇ ਆਪਣਾ ਕੱਚੇ ਮਕਾਨਾਂ ਦੇ ਸਰ ਪੈਸੇ ਮਿਲਦੇ ਸੀ ਅਤੇ ਕੱਚੇ ਮਕਾਨ ਬਣਾ ਕੇ ਦਿੰਦੇ ਸੀ, ਅਤੇ ਆਪਾਂ ਉਸ ਟਾਈਮ 'ਤੇ ਤੁਸੀਂ ਬਣਵਾਏ ਸੀ ਸਰ ਕੱਚੇ ਮਕਾਨ? ਦੇਖੋ ਜੀ, ਉਸ ਟਾਈਮ 'ਤੇ 35,000 ਰੁਪਇਆ ਜਿਹੜਾ ਸੀ ਕੱਚੇ ਮਕਾਨਾਂ ਦਾ। ਅੱਛਾ ਜੀ। ਅਤੇ ਮੈਂ ਕਰੀਬ ਆਪਣੇ ਪਿੰਡ ਦੇ 40 ਲੋਕਾਂ ਨੂੰ ਜਿਹੜੇ ਸੀ ਉਹ ਬਲਾਕ ਸੰਮਤੀ 'ਚੋਂ ਪੈਸੇ ਲੈ ਕੇ ਸਰਦਾਰ ਮੁਖਬੀਰ ਸਿੰਘ ਜੀ ਲੋਧੀ ਨਗਰ ਉਹਨਾਂ ਨੇ ਉਹ ਸਾਡੀ ਮਦਦ ਕੀਤੀ, ਕਿਉਂਕਿ ਉਹਨਾਂ ਨੇ ਸਾਡੀ ਮਦਦ ਕੀਤੀ ਅਤੇ ਆਪਾਂ ਆਪਣੇ ਪਿੰਡ ਦੇ ਗਰੀਬ ਲੋਕਾਂ ਨੂੰ ਜਿਹੜੇ ਬਿਲਕੁਲ ਜੈਨੂਅਨ ਸੀ ਉਹਨਾਂ ਨੂੰ ਪੈਸੇ ਲੈ ਕੇ ਦਿੱਤੇ, ਅਤੇ ਉਹਨਾਂ ਨੇ ਆਪਣੀ ਜਿਹੜੀ ਸੀ ਰਹਿਣ ਬਸੇਰਾ ਜਿਹੜਾ ਸੀ ਉਹ ਬਣਾਇਆ ਆਪਣੇ ਸਿਰ 'ਤੇ। ਜਿਹੜੀ ਕਿੰਨੇ ਸਰ ਮਕਾਨਾਂ ਦਾ ਜਿਹੜੇ ਪੈਸੇ? ਉਹ ਕਰੀਬ 40 ਲੋਕਾਂ ਨੂੰ ਅਸੀਂ ਪੈਸੇ ਜਿਹੜੇ 40 ਲੋਕਾਂ ਨੂੰ। ਵੈਰੀ ਗੁੱਡ ਸਰ। ਤੇ ਅੱਛਾ ਸਰ, ਆਪਣੇ ਉਸ ਟਾਈਮ 'ਤੇ ਫਲੈਸ਼ਾਂ ਦੀ ਵੀ ਸਰ ਇਹ ਚੱਲਿਆ ਸੀ, ਇਹ ਸਕੀਮ ਚੱਲੀ ਸੀ, ਅਤੇ ਇਹ ਆਪਣੇ ਫਲੈਸ਼ਾਂ ਕਿੰਨੀਆਂ ਬਣਾਈਆਂ ਸੀ ਆਪਾਂ ਸਰ? ਇਹ 308 ਵਿੱਚ ਮੈਂ ਖੁਦ ਸਰਪੰਚ ਬਣਿਆ ਸੀ, ਉਦੋਂ ਕਾਂਗਰਸ ਦੀ ਸਰਕਾਰ ਸੀ, ਮੈਂ ਅਕਾਲੀ ਦਲ ਨੂੰ ਬਿਲੋਂਗ ਕਰਦਾ ਸੀ। ਕੁਝ ਮੈਂਬਰ ਜਿਹੜੇ ਸੀ ਮੇਰੇ ਉਹ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਸੀ, ਪਰ ਸਾਡੇ ਵਿੱਚ ਐਸੀ ਉਹ ਪਾਟੋ ਧਾੜ ਵਾਲੀ ਗੱਲ ਨਹੀਂ ਸੀ। ਅਸੀਂ ਸਾਰਿਆਂ ਬੈਠ ਕੇ ਇੱਕ ਫੈਸਲਾ ਕੀਤਾ ਕਿ ਭਾਵੇਂ ਸਰਕਾਰ ਕਾਂਗਰਸ ਦੀ ਹੈ ਪਰ ਆਪਾਂ ਫਾਇਦਾ ਲਈਏ, ਪਿੰਡ ਨੂੰ ਜਿਹੜਾ ਹੈਗਾ ਫਾਇਦਾ ਦਵਾ ਸਕੀਏ। ਉਹ ਅਸੀਂ ਸਾਰਿਆਂ ਨੇ ਰਲ ਕੇ ਉਹਨਾਂ ਮੰਤਰੀ ਸਾਹਿਬ ਨਾਲ ਗੱਲ ਕੀਤੀ, ਉਹਨਾਂ ਨੇ ਉਹ ਹਿੰਮਤ ਕਰਕੇ ਜਿਹੜਾ ਸੀ ਇਹ ਸਾਡਾ ਅਸੀਂ ਕੰਪਰੋਮਾਈਜ਼ ਕਰਕੇ ਉਹਨਾਂ ਮੈਨੂੰ ਕਿਹਾ ਤੁਸੀਂ ਵੀ ਨਾਲ ਚੱਲੋ। ਮੈਂ ਕਿਹਾ ਜੀ ਜੇ ਪਿੰਡ ਦਾ ਭਲਾ ਹੋ ਸਕਦਾ ਤਾਂ ਮੈਂ ਜਾਣ ਲਈ ਤਿਆਰ ਹਾਂ, ਪਰ ਮੈਂ ਆਪਣੀ ਪਾਰਟੀ ਨੂੰ ਬਿਲੋਂਗ ਕਰਦਾ, ਰਹੂੰਗਾ ਮੈਂ ਆਪਣੀ ਪਾਰਟੀ ਵਿੱਚ ਹੀ। ਪਰ ਚਲੋ ਅਸੀਂ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ, ਉਹਨਾਂ ਕਰੀਬ ਸਾਨੂੰ 14 ਲੱਖ ਰੁਪਈਆ ਜਿਹੜਾ ਸੀ ਉਹਨਾਂ ਵਿੱਚ ਦਿੱਤਾ। 6200 ਰੁਪਈਆ ਉਦੋਂ ਇੱਕ ਯੂਨਿਟ ਦਾ ਮਿਲਦਾ ਸੀ, ਉਹ ਕਰੀਬ ਸਾਨੂੰ 90-92 ਯੂਨਿਟਾਂ ਦੇ ਪੈਸੇ ਮਿਲੇ ਸੀ। ਪਰ ਅਸੀਂ ਉਹ ਕੋਸ਼ਿਸ਼ ਕਰਕੇ ਆਪਣੇ ਪਿੰਡ ਦੀ 108 ਜਿਹੜੀ ਯੂਨਿਟ ਸੀ ਉਹ ਬਣਾ। ਵੈਰੀ ਗੁੱਡ ਸਰ। ਉਸ ਤੋਂ ਬਾਅਦ
1318 ਵਿੱਚ ਜਿਹੜੇ ਸੀ ਮੇਰੇ ਪਿਤਾ ਜੀ ਸਰਪੰਚ ਬਣੇ। ਫਿਰ ਉਹ ਸਰਵੇ ਹੋਇਆ ਤੇ 85 ਯੂਨਿਟ ਜਿਹੜੇ ਸੀ ਉਹ ਦੁਬਾਰਾ ਫੇਰ ਬਣਵਾਏ ਮੇਰੇ ਪਿਤਾ ਜੀ ਦੇ ਪੀੜ ਵਿੱਚ ਜਿਹੜੇ ਆ ਬਣੇ। ਉਹ ਬਣਾ। ਤੇ ਇਸ ਟਾਈਮ ਮਤਲਬ ਵੀ ਪੂਰੇ ਪਿੰਡ ਵਿੱਚ ਸਾਰਿਆਂ ਦੇ ਘਰ ਵਿੱਚ ਹੈ। ਅਪਰੋਕਸੀਮੇਟਲੀ ਲਗਭਗ ਹੋ ਸਕਦਾ ਕੋਈ 10-15 ਯੂਨਿਟ ਜਿਹੜੇ ਆ ਜਾਂ 20 ਯੂਨਿਟ ਬਣਨ ਵਾਲੇ ਹੋਣ, ਨਹੀਂ ਤੇ ਅਕਸਰ ਹੀ ਜਿਹੜੇ ਹੈਗੇ ਆ। ਕਿਉਂ ਸਾਰਿਆਂ ਕਿ ਦੇ। ਜਦੋਂ ਬੱਚੇ ਵਿਆਹੇ ਜਾਂਦੇ ਨੇ ਉਹ ਅਲੱਗ-ਅਲੱਗ ਹੋ ਜਾਂਦੇ ਨੇ, ਹਾਂਜੀ, ਹਾਂਜੀ। ਤੇ ਜਦੋਂ ਅਲੱਗ ਹੋ ਜਾਂਦੇ ਆ ਤਾਂ ਉਹਨਾਂ ਨੂੰ ਲੋੜ ਹੁੰਦੀ ਆ ਹੁੰਦੀ ਤੇ ਹੈ। ਹੋ ਸਕਦਾ ਉਹਨਾਂ ਦੇ ਘਰ ਉਹਨਾਂ ਦਾ ਕਰਕੇ ਜਾਂ ਕੋਈ ਬਾਹਰੋਂ ਲੋਕ ਆ ਕੇ ਜਿਹੜੇ ਹੁਣ ਵਸੇ ਨੇ ਉਹਨਾਂ ਦੇ ਘਰਾਂ ਵਿੱਚ ਉਹਨਾਂ ਦੇ ਘਰ। ਬਣਦੇ ਆ। ਠੀਕ ਹੈ। ਲੈ, ਇਹ ਬਹੁਤ ਵਧੀਆ ਸਰ ਤੁਸੀਂ ਕੰਮ ਕੀਤਾ ਕਿ ਜਿਹੜਾ ਇਹ ਘਰ ਘਰ ਵਿੱਚ ਸਾਰੇ ਮਤਲਬ ਇੱਕ ਜਿਹੜੇ ਯੂਨਿਟ ਬਣਵਾਏ, ਕਿਉਂਕਿ ਉੱਦਾਂ ਨਹੀਂ ਤੇ ਬਾਹਰ ਜਾਣਾ ਇੱਕ ਲੜਕੀਆਂ ਨੂੰ, ਨੌਜਵਾਨ ਲੜਕੀਆਂ ਦਾ ਬਾਹਰ ਜਾਣਾ ਬਹੁਤ ਹੀ ਮਾੜੀ ਗੱਲ ਹੈ। ਇੱਕ ਸੋਚਿਆ ਜਾਵੇ ਤੇ ਇੱਕ ਗੰਦੀ ਗੱਲ ਹੈ ਸਰ। ਇੱਕ ਤੇ ਹਾਲਾਤ ਬੜੇ ਖਰਾਬ ਨੇ। ਸਾਡਾ ਸਮਾਜ ਜਿਹੜਾ ਹੈਗਾ ਉਹ ਬਹੁਤ ਗੰਦਾ ਬੜਾ ਹੈ। ਗੰਦਾ ਹੈ। ਗੰਦਾ ਹੈ। ਦੂਸਰੀ ਗੱਲ ਦੇਖੋ, ਜਦੋਂ ਫਸਲਾਂ ਵਿੱਚ ਲੋਕ ਜਾਂਦੇ ਸੀ ਜਾਂਦੇ ਤੇ ਕਿਸਾਨ ਦਾ ਬੜਾ ਨੁਕਸਾਨ, ਨੁਕਸਾਨ ਉਹੀ ਆਪਾਂ ਅਨਾਜ ਖਾਣਾ ਹੁੰਦਾ। ਤੇ ਬਿਲਕੁਲ। ਜਦੋਂ ਪੱਕੀ ਫਸਲ ਹੁੰਦੀ ਸੀ ਉਹ ਫਿਰ ਨੁਕਸਾਨ ਹੁੰਦਾ ਸੀ, ਕਿਸਾਨ ਵੀ ਬੁਰਾ ਬਣਾਉਂਦੇ ਸੀਗੇ, ਉਹ ਬੁਰਾ ਭਲਾ ਵੀ ਕਹਿੰਦੇ ਸੀ ਪੀਂਦੇ ਸੀ। ਤੇ ਪਿੰਡ ਦੇ ਵਿੱਚ ਗੰਦ ਵੀ ਪੈਂਦਾ ਸੀ। ਪਰ ਹੁਣ ਮੈਂ ਬੜੇ ਫਖਰ ਨਾਲ ਇਹ ਗੱਲ ਕਹਿੰਦਾ ਕਿ ਕੁਝ ਲੋਕ ਹੋ ਸਕਦਾ 2% ਜਾਂ 4% ਉਹ ਘਰ ਤੋਂ ਬਾਹਰ ਜਾਂਦੇ ਹਨ। ਲੋਕ ਤੇ ਪੜ੍ਹ ਲਿਖ ਗਏ ਨੇ, ਲੋਕ ਐਜੂਕੇਟਡ ਬਣ ਗਏ ਨੇ। ਹੁਣ ਲੋਕਾਂ ਨੂੰ ਜਿਹੜਾ ਵਾ ਉਹ ਬਾਹਰ ਜਾਣਾ ਵੈਸੇ ਵੀ ਸ਼ਰਮ ਆਉਂਦੀ ਆ, ਤੇ ਮਜਬੂਰੀ ਨੂੰ ਕੋਈ 2-4 ਜਣੇ ਲੋਕ ਜਾਂਦੇ ਹੋਣ। ਜਾਂਦੇ। ਤੇ ਮੈਂ ਕਹਿੰਦਾ ਵੀ ਉਹ ਉਹਨਾਂ ਨੂੰ ਵੀ ਨਹੀਂ ਜਾਣਾ ਚਾਹੀਦਾ। ਨਹੀਂ ਜਿਹੜੀਆਂ ਉਹਨਾਂ ਦੀਆਂ ਮੁਸ਼ਕਲਾਤਾਂ ਨੇ, ਉਹਨਾਂ ਦੇ ਘਰ ਵਿੱਚ ਯੂਨਿਟ ਬਣਨ ਵਾਲੇ ਨੇ, ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਜ਼ਰੂਰ ਜਲਦੀ ਉਹ ਵੀ ਬਣਾ ਦੇਣ। ਠੀਕ ਹੈ। ਤੇ ਅੱਛਾ ਸਰ, ਆਪਣੇ ਉਸ ਟਾਈਮ ਤੇ ਆਪਣੀ ਇੱਕ ਸਕੀਮ ਹੋਰ ਚਾਲੂ ਹੋਈ ਸੀ ਕਿ ਓਪਨ ਜਿਮ ਦੀ, ਤੇ ਉਸ ਟਾਈਮ ਤੇ ਓਪਨ ਜਿਮ ਦਾ ਸਮਾਨ ਆਇਆ ਸੀ ਸਰ? ਮੇਰੇ ਪਿੰਡ ਵਿੱਚ ਓਪਨ ਜਿਮ ਦਾ ਸਮਾਨ ਆਇਆ ਸੀ, ਆਇਆ ਸੀ। ਮਸ਼ੀਨ ਆਈ ਸੀ, ਅੱਛਾ ਜੀ। ਉਹ ਅਸੀਂ ਪੰਚਾਇਤ ਘਰ ਵਿੱਚ ਜਿਹੜੀ ਸੀ ਲਾਈ ਸੀ। ਅੱਛਾ ਜੀ। ਉਹ ਮਸ਼ੀਨ ਕੁਝ ਚਿਰ ਚੱਲੀ, ਉਸ ਤੋਂ ਬਾਅਦ ਮੁੰਡਿਆਂ ਦੀ ਆਪਸੀ ਕੋਈ ਟੱਸਰ ਬਣ ਗਈ। ਉਹ ਜਿਹਦੇ ਕਾਬੂ ਜੋ ਆਇਆ ਉਹ ਲੈ ਗਏ। ਉਹ ਦੇਣ ਕੇ ਲੈ ਗਿਆ। ਅਜੇ ਵੀ ਜਿਮ ਹੈ। ਉਸ ਤੋਂ ਬਾਅਦ ਸਾਡੇ ਕੁਝ ਮੁੰਡੇ ਕਹਿਣ ਲੱਗੇ ਮਹੱਲੇ ਵਾਲੇ ਕਿ ਜੇ ਭਾਜੀ ਤੁਸੀਂ ਕਹੋ ਕਿ ਅਸੀਂ ਇੱਥੇ ਆਪਣੇ ਘਰ ਲਿਆ ਕੇ ਉਹਦੀ ਰਿਪੇਅਰ ਕਰਾ ਲੈਂਦੇ ਹਾਂ ਅਤੇ ਉੱਥੇ ਅਸੀਂ ਵਰਤ ਦਿਆ ਕਰਾਂਗੇ। ਉਹ ਮਸ਼ੀਨ ਅਜੇ ਵੀ ਹੈਗੀ ਆ ਅਤੇ ਕੁਝ ਬੱਚੇ ਜਿਹੜੇ ਹੈਗੇ ਨੇ ਉੱਥੇ ਆ ਯੂਜ਼ ਕਰ ਰਹੇ ਨੇ। ਕੇ ਤੇ ਅੱਛਾ ਸਰ, ਆਪਣਾ ਜਿੱਦਾਂ ਮੰਨ ਲਓ ਕਿ ਜੰਝ ਘਰ ਜਾਂ ਆਪਣਾ ਪੰਚਾਇਤ ਘਰ ਜਾਂ ਧਰਮਸ਼ਾਲਾ ਉਸ ਟਾਈਮ ਤੇ ਹੈ ਸੀ? ਹਾਂ, ਮੇਰੇ ਤੋਂ ਪਹਿਲੇ ਜਦੋਂ MP ਸ਼੍ਰੀ ਰਘੁਨੰਦਨ ਲਾਲ ਜੀ ਭਾਟੀਆ ਸੀ, ਹਾਂਜੀ ਜਗਨਾ। ਉਹਨਾਂ ਨੇ SC ਧਰਮਸ਼ਾਲਾ ਵਾਸਤੇ ਉਹ ਪੈਸੇ ਦਿੱਤੇ ਸੀ। ਉਹ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਸੀ ਉਹ ਬਣੀ ਹੋਈ ਸੀ। ਠੀਕ। ਹੁਣ ਉਸ ਨੂੰ ਢਾਹ ਕੇ ਉਸ ਦੀ ਜਗ੍ਹਾ ਇੱਕ ਨਵਾਂ ਜਿਹੜਾ ਪ੍ਰੋਜੈਕਟ ਹੈ, ਬਾਜਵਾ ਸਾਹਿਬ ਨੇ ਪੈਸੇ ਦਿੱਤੇ ਸੀ ਸਾਡੇ ਕੋਲ, ਸ਼ਾਇਦ 10 ਲੱਖ ਰੁਪਇਆ, ਉਹਦਾ ਇੱਕ ਹਾਲ ਜਿਹੜਾ ਵਾ ਦੁਬਾਰਾ ਬਣਾਇਆ। ਠੀਕ। ਤੇ ਸਰ, ਆਪਣੇ ਪਿੰਡ ਵਿੱਚ ਕੋਈ ਪਾਰਕ ਤੁਹਾਡੇ ਟਾਈਮ ਤੇ? ਨਹੀਂ, ਨਾ ਪਾਰਕ ਮੇਰੇ ਟਾਈਮ ਤੇ ਸੀ ਨਾ ਹੋਣਾ। ਤੇ ਨਾ ਪਾਰਕ ਪਾਰਕ ਹੈ ਹੀ ਨਹੀਂ। ਹੈ ਹੀ ਨਹੀਂ। ਇਸ ਕੀ ਜਗ੍ਹਾ ਨਾ ਹੋਣ ਦੇ ਕਾਰਨ ਜਾਂ ਕਿ ਫੰਡ ਨਾ ਹੋਣ ਦੇ ਨਹੀਂ, ਜਗ੍ਹਾ ਨਾ ਹੋਣ ਦੇ ਕਾਰਨ ਜਿਹੜੀ ਪਾਰਕ ਨਹੀਂ ਹੈ। ਸਾਡੇ ਲਾਗੇ ਗੁਰਦੁਆਰਾ ਉੱਠੀਆਂ ਸਾਹਿਬ ਆ, ਉੱਥੇ ਬਹੁਤ ਵਧੀਆ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਨੇ ਐਸਾ ਵਾਤਾਵਰਨ ਨੂੰ, ਤੁਹਾਨੂੰ ਪਤਾ ਵਾਤਾਵਰਨ ਪ੍ਰੇਮੀ ਨੇ, ਉਹਨਾਂ ਨੂੰ ਅਵਾਰਡ ਵੀ ਮਿਲਿਆ ਹੋਇਆ। ਅਤੇ ਉਹ ਉਹਨਾਂ ਨੇ ਦਰਖਤ ਲਾਏ ਹੋਏ ਨੇ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ, ਛੱਤ ਬਣੀ ਹੋਈ ਆ, ਵਾਤਾਵਰਨ ਬੜਾ ਸਾਫ਼ ਆ। ਲੋਕ ਉੱਥੇ ਜਾਂਦੇ ਨੇ, ਸੈਰ ਕਰਦੇ ਨੇ, ਨਾਲੇ ਬਾਣੀ ਦਾ ਆਨੰਦ ਮਾਣਦੇ ਨੇ, ਕੀਰਤਨ ਦਾ ਆਨੰਦ ਮਾਣਦੇ ਨੇ, ਅਤੇ ਨਾਲ ਨਾਲ ਉੱਥੇ ਆਪਣੀ ਸੈਰ। ਠੀਕ ਹੈ। ਤੇ ਸਰ, ਕੋਈ ਗਰਾਊਂਡ ਸਾਡੇ ਮੜੀਆਂ ਦੇ ਦਰਮਿਆਨ ਇੱਕ ਪਲਾਟ ਸੀ। ਮੜੀਆਂ ਦੀ ਬਹੁਤ ਜਗ੍ਹਾ ਸੀ, 2.5 ਕਿੱਲੇ ਕਰੀਬ ਜਗ੍ਹਾ ਸੀ। ਉਹਦੇ ਵਿੱਚੋਂ ਅਸੀਂ ਕੁਝ ਜਗ੍ਹਾ ਜਿਹੜੀ ਸੀ ਛੱਡ ਦਿੱਤੀ, ਅਤੇ ਕਰੀਬ ਉਹਦੇ ਵਿੱਚ 1 ਕਿੱਲੇ ਤੋਂ ਥੋੜ੍ਹੀ ਘੱਟ ਜਗ੍ਹਾ ਵਾ, ਉਹ ਜਿੱਥੇ ਆਪਾਂ ਗਰਾਊਂਡ ਬਣਾਏ ਸੀ। ਬੱਚੇ ਉੱਥੇ ਕ੍ਰਿਕਟ ਵਗੈਰਾ ਖੇਡਦੇ ਨੇ, ਅਤੇ ਉਹਦੀ ਅਸੀਂ ਚਾਰਦੀਵਾਰੀ ਵੀ ਜਿਹੜੀ ਕੀਤੀ ਹੋਈ ਸੀ। ਪਰ ਹੁਣ ਬਦਕਿਸਮਤੀ ਹੈ ਕਿ ਉਹਦੀ ਚਾਰਦੀਵਾਰੀ ਜਿਹੜੀ ਆ ਲੋਕਾਂ ਨੇ ਤੋੜ ਦਿੱਤੀ ਆ। ਚਾਹੀਦਾ ਨਹੀਂ ਹੈ, ਕਿਉਂਕਿ ਸਾਡੀ ਪ੍ਰਾਪਰਟੀ ਹੁੰਦੀ ਹੈ, ਇਹ ਪਿੰਡ ਦੀ ਪ੍ਰਾਪਰਟੀ ਹੁੰਦੀ ਆ। ਜਿਹੜਾ ਸਰਕਾਰ ਦਾ ਪੈਸਾ ਵਾ ਉਹ ਇੱਦਾਂ ਨਹੀਂ ਕਰਨਾ ਚਾਹੀਦਾ ਵੀ ਉਹ ਸਰਕਾਰ ਦਾ ਪੈਸਾ ਸੀ, ਇਸ ਨੂੰ ਨੁਕਸਾਨ ਪਹੁੰਚਾਈਏ। ਉਹ ਹਮੇਸ਼ਾ ਸਾਨੂੰ ਆਪਣੀ ਜ਼ਿਆਦਾ ਸਮਝਣੀ ਚਾਹੀਦੀ ਆ, ਸਾਨੂੰ ਸੰਭਾਲ ਕੇ ਰੱਖਣੀ ਚਾਹੀਦੀ ਆ। ਬਹੁਤ ਪਿੰਡ ਨੇ ਜਿਹੜੇ ਆਪਣੇ ਪਿੰਡਾਂ ਦੀਆਂ ਗਰਾਊਂਡਾਂ ਨਾਲ ਬੜਾ ਪਿਆਰ ਕਰਦੇ ਨੇ, ਉਹਨੂੰ ਸੰਭਾਲ ਕੇ ਰੱਖਦੇ ਨੇ, ਪਰ ਸਾਡੇ ਪਿੰਡ ਵਿੱਚ ਐਸਾ ਨਹੀਂ। ਉਹਦਾ ਨੁਕਸਾਨ ਜਿਹੜਾ ਹੋਇਆ ਉਹ ਮੈਨੂੰ ਬੜਾ ਦੁੱਖ ਆ, ਕਿਉਂਕਿ ਮੈਨੂੰ ਕੁਝ ਪੈਸੇ ਮਿਲੇ ਸੀ ਉਦੋਂ,
ਉਹਦੇ ਉਹ ਤੁਸੀਂ ਆਪਣੀ ਪੰਚਾਇਤ 'ਚ ਬਣਵਾਈ ਸੀ ਉਹ ਮੈਂ ਆਪਣੀ ਪੰਚਾਇਤ ਦੇ ਵਿੱਚ ਉਹਦੀ ਚਾਰ ਵਾਰੀ ਉਹ ਠੀਕ ਹੈ। ਅੱਛਾ ਸਰ, ਹੁਣ ਆਪਾਂ ਗੱਲ ਕਰੀਏ ਜੀ 2022 ਦੀ ਇਲੈਕਸ਼ਨ ਦੀ, ਠੀਕ ਹੈ ਜੀ। ਤੇ ਆਪਣਾ 2022 ਦੀ ਇਲੈਕਸ਼ਨ ਦੇ ਦੌਰਾਨ ਆਪਣੇ ਪਿੰਡ ਵਿੱਚੋਂ ਆਪਣਾ ਕੀ ਏਜੰਡਾ ਹੈ ਕਿ ਕਿੰਨੀ ਕੁ ਵੋਟ ਦੇ ਅਕਾਲੀ ਦਲ ਨੂੰ ਜਿਹੜੀ ਪਏਗੀ ਤੇ ਕਿੰਨੀ ਕੁ ਮਤਲਬ ਆਪਣਾ ਬੂਥ ਜਿਹੜਾ ਕਿੰਨੇ ਕੁ % ਤੇ ਜਿੱਤੇਗਾ? ਦੇਖੋ, ਇਹ ਗੱਲ ਭਲੀ ਭਾਂਤ ਬਿਲਕੁਲ ਸਪਸ਼ਟ ਹੈ ਕਿ ਕਾਂਗਰਸ ਦੀ ਉੱਠੀ ਗਿਣਤੀ ਜਿਹੜੀ ਆ ਉਹ ਸ਼ੁਰੂ ਹੋ ਗਈ। ਆਪਸੀ ਉਹਨਾਂ ਦੇ ਮੰਤਰੀ ਵਿਧਾਇਕ ਉਹ ਇੱਕ ਪਲੇਟਫਾਰਮ ਤੇ ਨਹੀਂ, ਇੱਕ ਦੂਜੇ ਨਾਲ ਲੜ ਰਹੇ ਨੇ। ਕੈਪਟਨ ਸਾਹਿਬ ਨਾਲ ਉਹ ਵਿਰੋਧਤਾ ਆਪਣੀ ਦੁਸ਼ਮਣੀ ਪਾਲੀ ਜਾ ਰਹੇ ਨੇ। ਜਿਹੜੇ ਲੋਕ ਆਪਣੇ ਕੈਪਟਨ ਨਾਲ ਹੀ ਮੰਨੋ ਰਲ ਕੇ ਮੈਚ ਨਹੀਂ ਖੇਡ ਰਹੇ, ਮੈਚ ਖੇਡਣ ਲੱਗੇ ਅਸੀਂ ਉਦੋਂ ਕਾਮਯਾਬ ਹੁੰਦੇ ਹਾਂ ਜਦੋਂ ਟੀਮ ਆਪਸੀ ਮਿਲਵਰਤਨ ਦੇ ਨਾਲ ਮੈਚ ਖੇਡਦੀ ਹੈ ਤੇ ਟੀਮ ਕਦੀ ਹਾਰਦੀ ਨਹੀਂ। ਤੇ ਜਦੋਂ ਟੀਮ ਦਾ ਇੱਕ ਵੀ ਖਿਡਾਰੀ ਫੌਲ ਖੇਡੂਗਾ ਤੇ ਟੀਮ ਹਾਰੂਗੀ। ਬਿਲਕੁਲ ਸਹੀ ਗੱਲ ਹੈ। ਲੋਕਾਂ ਨਾਲ ਲੋਕ ਭਲੀ ਭਾਂਤ ਜਾਣਦੇ ਨੇ ਕਿ ਜਦੋਂ ਸਰਕਾਰ ਬਣੀ, ਅੱਜ ਬੜੇ ਦੌਂਜੇ ਮਾਰ ਰਹੇ ਨੇ ਕਿ ਅਸੀਂ ਲੋਕਾਂ ਦੇ ਬੜੇ ਨੀਲੇ ਕਾਰਡ ਬਣਾਤੇ ਨੇ, ਪਰ ਉਹਨਾਂ ਗਰੀਬ ਲੋਕਾਂ ਨੂੰ, ਦਲਿਤ ਭਾਈਚਾਰਿਆਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਆਉਂਦਿਆਂ ਹੀ ਸਰਦਾਰ ਬਾਦਲ ਸਾਹਿਬ ਦੇ ਸਮੇਂ ਦੇ ਬਣੇ ਹੋਏ ਕਾਰਡ ਇਹਨਾਂ ਨੇ ਕੱਟ ਕੇ ਲਾਂਬੇ। ਉਹਦੇ ਵਿੱਚ ਜਿਵੇਂ ਲੋਕ ਨੌਕਰੀ ਪੇਸ਼ਾ ਕਰਦੇ ਨੇ ਉਹਨਾਂ ਲੋਕਾਂ ਦੇ ਕਾਰਡ ਬਣਾਤੇ। ਜਿਨ੍ਹਾਂ ਲੋਕਾਂ ਦੀਆਂ ਬਹੁਤ ਸਾਰੀਆਂ ਜ਼ਮੀਨਾਂ ਸੀ, ਮੈਂ ਇਸ ਗੱਲ ਦੀ ਵਿਰੋਧਤਾ ਨਹੀਂ ਕਰਦਾ ਕਿ ਜ਼ਮੀਨ ਵਾਲੇ ਬੰਦਿਆਂ ਦਾ ਨਹੀਂ, ਉਹ ਵੀ ਗਰੀਬ ਹੈ ਜਿਹਦੇ 2.5 ਕਿੱਲੇ ਨੇ 3 ਕਿੱਲੇ ਨੇ, ਉਹ ਗਰੀਬ ਰੇਖਾ ਵਿੱਚ ਗਰੀਬੀ ਰੇਖਾ ਵਿੱਚ ਬਿਲੋ ਪਾਵਰਟੀ ਲਾਈਨ ਵਿੱਚ ਆ ਰਿਹਾ, ਬਣਨੇ ਚਾਹੀਦੇ। ਪਰ ਜਿਹੜਾ ਬੰਦਾ ਆਪਣੇ ਘਰ ਤੋਂ ਪਹਿਲਾਂ ਹੀ ਕਣਕ ਵੇਚ ਰਿਹਾ ਮੰਡੀ ਵਿੱਚ ਕਰਕੇ, ਉਹਨੂੰ ਫਿਰ ਆਪਾਂ ਜਿਹੜੀ ਆ ਉਹ ਸਥਿਤੀ ਦੇ ਰਹੇ ਆ ਜਾਂ ਉਹ ਲੈ ਰਿਹਾ, ਬੜੇ ਸ਼ਰਮ ਵਾਲੀ ਗੱਲ ਆ ਕਿ ਜਿਹੜਾ ਇੱਕ ਬੰਦਾ ਗਰੀਬ ਰਿਕਸ਼ਾ ਚਲਾਉਣ ਵਾਲਾ ਜਾਂ ਮਜ਼ਦੂਰ ਦਿਹਾੜੀ ਕਰਨ ਵਾਲਾ, ਉਹਨੂੰ ਤੇ ਮਿਲ ਨਹੀਂ ਰਹੀ, ਉਹਦੇ ਤੇ ਕਾਰਡ ਕੱਟੇ ਗਏ। ਤੇ ਪਰ ਜਿਹੜਾ ਬੰਦਾ 50,000 ਦਾ 60,000 ਰੁਪਇਆ ਤਨਖਾਹ ਲਿਆ ਰਿਹਾ, ਉਹ ਜਿਹੜਾ ਹੈਗਾ ਉਹ ਭੁੱਖਾ ਹੈ, ਉਹਨੂੰ ਜਿਹੜੀ ਕਣਕ ਮਿਲ ਰਹੀ ਹੈ। ਦੂਸਰੀ ਗੱਲ, ਇਹ ਗੱਲਾਂ ਸਾਰੀਆਂ ਜਿਹੜੀਆਂ ਇਹ ਪਲੱਸ ਪੁਆਇੰਟ ਜਿਹੜਾ ਵਾ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਜਾਊਗਾ। ਲੋਕ ਭਲੀ ਭਾਂਤ ਜਾਣਦੇ ਸੀ, ਸਗਨ ਸਕੀਮ ਸ਼ੁਰੂ ਕੀਤੀ ਸੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ, ਬੁਢਾਪਾ ਪੈਨਸ਼ਨ ਸ਼ੁਰੂ ਕੀਤੀ ਸੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ, ਦਲਿਤ ਭਾਈਚਾਰੇ ਦੀਆਂ ਧਰਮਸ਼ਾਲਾ ਜਿਹੜੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਸੀ ਉਹ ਕੀਤੀਆਂ ਸੀ ਪ੍ਰਕਾਸ਼ ਸਿੰਘ ਜੀ ਬਾਦਲ ਨੇ। ਜਿਹੜੀਆਂ ਹੈਗੀਆਂ ਸੀਗੀਆਂ ਬਿਜਲੀ ਦੇ ਬਿੱਲ ਮਾਫ ਕੀਤੇ ਸੀ ਉਹ ਕੀਤੇ ਸੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ। ਜਿਹੜੀਆਂ ਗਰੀਬ ਲੜਕੀਆਂ ਸੀ, ਹੈਂਡੀਕੈਪਟ ਲੋਕ ਜਿਹੜੇ ਸੀ, ਉਹਨਾਂ ਨੂੰ ਸਹੂਲਤਾਂ। ਇੱਕ ਮੈਂ ਬੜੀ ਤਗੜੀ ਗੱਲ ਕਹਿਣੀ ਚਾਹੁੰਦਾ, ਐਜੂਕੇਸ਼ਨ ਦਾ ਇੰਨਾ ਮੰਦਾ ਹਾਲ ਹੋ ਗਿਆ, ਇੰਨੀ ਮਹਿੰਗੀ ਹੋ ਗਈ ਆ, ਪਰ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਸਾਡੀਆਂ ਧੀਆਂ PhD ਤੱਕ ਦੀ ਜਿਹੜੀ ਐਜੂਕੇਸ਼ਨ ਸੀ ਉਹ ਫ੍ਰੀ ਲੈ ਸਕਦੀਆਂ ਸੀ। ਹੁਣ ਬਹੁਤ ਸਾਰੇ ਲੋਕ ਜਿਹੜੇ ਨੇ ਉਹ +2 ਤੋਂ ਬਾਅਦ ਅੱਗੇ ਨਹੀਂ ਜਾ ਸਕਦੇ ਕਿਉਂਕਿ ਲੋਕਾਂ ਨੂੰ ਆਪਣੀ ਰੋਟੀ ਦੇ ਸੰਸੇ ਪਏ ਹੋਏ ਨੇ, ਉਹ ਆਪਣੇ ਬੱਚਿਆਂ ਨੂੰ ਜਿਹੜੇ ਨਹੀਂ ਪੜ੍ਹਾ ਰਹੇ। ਸਮਾਜ ਦੇ ਵਿੱਚ, ਦੇਸ਼ ਦੇ ਵਿੱਚ ਸਿਹਤ ਤੇ ਐਜੂਕੇਸ਼ਨ ਦਾ ਹੋਣਾ ਬੜਾ ਜ਼ਰੂਰੀ ਹੈ। ਅੱਜ ਇਲਾਜ ਬਹੁਤ ਮਹਿੰਗਾ, ਗਰੀਬ ਬੰਦਾ ਇਲਾਜ ਨਹੀਂ ਕਰਾ ਸਕਦਾ। ਇਲਾਜ ਦੇ ਦੁੱਖੋਂ ਹੀ ਬਹੁਤ ਸਾਰੇ ਲੋਕ ਜਿਹੜੇ ਨੇ ਮਰ ਰਹੇ ਨੇ। ਐਜੂਕੇਸ਼ਨ ਪੱਖੋਂ ਹੀ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਅਨਪੜ੍ਹ ਰਹੇ ਨੇ। ਇਹ ਸਰਕਾਰ ਦੀਆਂ ਨੀਤੀਆਂ ਨੇ ਕਿ ਕੋਈ ਬੱਚਾ ਪੜ੍ਹ ਨਾ ਜਾਵੇ, ਜੇ ਬੱਚਾ ਪੜ੍ਹ ਗਿਆ ਸਾਡੇ ਕੋਲ ਉਹ ਰੁਜ਼ਗਾਰ ਦੇਣ ਨੂੰ ਨਹੀਂ ਹੋਣਾ, ਰੁਜ਼ਗਾਰ ਇਹਨਾਂ ਕੋਲ ਦੇਣ ਲਈ ਹੈ ਨਹੀਂ, ਇਹਨਾਂ ਕੋਲ ਕੋਈ ਨੀਤੀਆਂ ਨਹੀਂ ਹੈਗੀਆਂ। ਆ ਜਿਹੜਾ ਕਰੋਨਾ ਮਹਾਮਾਰੀ ਦੀ ਗੱਲ ਕਰ ਰਹੇ, ਮੈਂ ਇਹ ਨਹੀਂ ਕਹਿੰਦਾ ਵੀ ਕਰੋਨਾ ਮਹਾਮਾਰੀ ਹੈ ਨਹੀਂ ਹੈ, ਹੈਗੀ ਆ, ਪਰ ਜਿੰਨੀ ਲੋਕ ਕਹਿ ਰਹੇ ਨੇ ਉਨੀ ਹੈ। ਇਹ ਲੋਕਾਂ ਨੂੰ ਉਲਝਾਇਆ ਗਾ। ਹੁਣ ਇਹ ਕਹਿ ਰਹੇ ਨੇ ਕਿ 18 ਜੂਨ ਨੂੰ ਕਰੋਨਾ ਜਿਹੜਾ ਖਤਮ ਹੋ ਜਾਊਗਾ। ਇਹ ਜਿਹੜੇ ਹੈਗੇ ਜੋਸ਼ੀ ਨੇ ਵੀ ਇਹਨਾਂ ਨੂੰ ਪਤਾ ਲੱਗ ਗਿਆ ਵੀ ਮੰਨ ਲਓ 18 ਜੂਨ ਨੂੰ ਜਿਹੜਾ ਹੈਗਾ ਵਾ ਕਰੋਨਾ ਜਿਹੜਾ ਖਤਮ ਹੋ ਜਾਊਗਾ। ਇਹਦਾ ਮਤਲਬ ਇਹ ਪੋਲੀਟੀਕਲ ਜਿਹੜੀ ਸਾਰੀ ਗੇਮ ਜਿਹੜੀ ਆ, ਮਤਲਬ ਹੈ ਕਿ ਬਟਨ ਨੱਪਿਆ ਹੈ ਤੇ ਉਹ 18 ਤੱਕ ਬਟਨ ਚੱਲੇ, ਬਟਨ ਛੱਡਣਗੇ, 18 ਨੂੰ ਬਟਨ ਬੰਦ ਕਰ ਦੇਣਗੇ, ਕਰੋਨਾ ਖਤਮ ਹੋ ਜਾਏਗਾ। ਮੈਂ ਪ੍ਰੋਮਿਸ ਕਰਦਾ। ਹੁਣ ਤੁਸੀਂ ਦੇਖੋ, ਮਮਤਾ ਬੈਨਰਜੀ ਨੇ ਇਲੈਕਸ਼ਨ ਲੜੀ, ਬਿਲਕੁਲ 4 ਸਟੇਟਾਂ ਵਿੱਚ ਇਲੈਕਸ਼ਨ ਹੋਈ, ਉੱਥੇ ਮੋਦੀ ਜੀ ਨੇ ਲੱਖਾਂ ਦਾ ਇਕੱਠ ਕੀਤਾ, ਮਮਤਾ ਬੈਨਰਜੀ ਨੇ ਕੀਤਾ, ਬਾਕੀ ਪਾਰਟੀਆਂ ਨੇ ਕੀਤਾ, ਉੱਥੇ ਕਰੋਨਾ ਕਿੱਥੇ ਗਿਆ ਸੀ? ਹੁਣ ਹੀ ਮੈਂ ਗੱਲ ਬੜੇ ਬਹਿਰੇ ਨਾਲ ਫਖਰ ਨਾਲ ਕਹਿ ਰਿਹਾ ਕਿ ਚੋਣ ਜ਼ਾਬਤਾ ਲਾਗੂ ਹੋ ਲੈਣ ਦਿਓ, ਕਰੋਨਾ ਨਾਂ ਦੀ ਕੋਈ ਚੀਜ਼ ਨਹੀਂ। ਇਹ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ, ਪਰ ਮੈਂ ਇਹ ਗੱਲ ਫੇਰ ਵੀ ਕਹਿੰਦਾ ਲੋਕਾਂ ਨੂੰ ਬਚਣਾ ਚਾਹੀਦਾ।
ਆਪਸੀ ਡਿਸਟੈਂਸ ਜਿਹੜਾ ਵਾ ਰੱਖਣਾ ਉਹ ਰੱਖਣਾ ਚਾਹੀਦਾ ਵਾ, ਖਾਣ ਪੀਣ ਦਾ ਪਰਹੇਜ਼ ਕਰਨਾ ਚਾਹੀਦਾ ਵਾ ਤੇ ਬਚਣਾ ਚਾਹੀਦਾ। ਤੇ ਸਰ ਹਾਂ, ਇੱਕ ਸਵਾਲ ਕੀਤਾ ਸੀ ਤੁਸੀਂ ਵੀ ਤੁਸੀਂ ਕਿੰਨੇ ਪਰਸੈਂਟ ਜਿਤਾਓਗੇ। ਹਾਂ ਬਿਲਕੁਲ। ਮੇਰਾ ਪਿੰਡ ਗਰੀਬ ਭਾਈਚਾਰੇ ਨਾਲ ਸੰਬੰਧ ਰੱਖਦਾ ਔਰ ਬਹੁਤ ਸਾਰੇ ਲੋਕ ਜਿਹੜੇ ਸੀ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸੀ। ਇੱਥੇ ਹਮੇਸ਼ਾ ਹੀ ਕਾਂਗਰਸ ਪਾਰਟੀ ਜਿਹੜੀ ਆ ਜਿੱਤਦੀ ਹੈ। ਪਰ ਜਦੋਂ ਦੀ ਅਸੀਂ ਕਮਾਂਡ ਸੰਭਾਲੀ, ਮੇਰੇ ਪਿਤਾ ਜੀ ਸਰਪੰਚ ਬਣੇ ਤੇ ਸਮੂਥਲੀ ਪੰਚਾਇਤ 7 ਮੈਂਬਰ ਮੇਰੇ ਪਿਤਾ ਜੀ ਦੇ ਸੀ, ਅਕਾਲੀ ਦਲ ਦੇ ਸੀ। ਉਸ ਤੋਂ ਬਾਅਦ ਇੱਥੋਂ ਅਸੀਂ ਸਰਦਾਰ ਨਿਰਮਲ ਸਿੰਘ ਜੀ ਕਾਲੋਂ ਸਾਹਿਬ ਜਿਹੜੇ ਸਾਬਕਾ ਸਪੀਕਰ ਰਹੇ ਨੇ, ਉਹਨਾਂ ਦਾ ਬੂਥ ਪਹਿਲੀ ਵਾਰੀ ਅਸੀਂ ਵੱਡੇ ਮਾਰਜਨ ਨਾਲ ਜਿਹੜਾ ਸੀ ਜਿਤਾ ਕੇ ਉਹ ਅਸੀਂ ਜਿਤਾ ਕੇ ਭੇਜਿਆ ਜੀ। ਅਸੀਂ ਉਦੋਂ ਜਿਤਾ ਕੇ ਭੇਜਤਾ ਸੀ ਤੇ ਹੁਣ ਤੇ ਲੋਕ ਵਿਚਾਰੇ ਬੜੇ ਝੰਬੇ ਹੋਏ ਨੇ, ਦੁਖੀ ਹੋਏ ਨੇ। ਅਸੀਂ ਪ੍ਰੋਮਿਸ ਕਰਦੇ ਹਾਂ ਕਿ ਅਸੀਂ ਇੱਕ ਵੱਡੀ ਲੀਡ ਦੇ ਨਾਲ ਸਰਦਾਰ ਰਵੀ ਕਿਸ਼ਨ ਜੀ ਕਾਲੋਂ ਨੂੰ, ਜਿਹੜੇ ਲੋਕਾਂ ਦੇ ਹਰਮਨ ਪਿਆਰੇ ਨੇਤਾ ਨੇ, ਜਦੋਂ ਲੋਕ ਬਾਹਰ ਨਹੀਂ ਸੀ ਨਿਕਲਦੇ, ਕਰੋਨਾ ਤੋਂ ਡਰਦੇ ਲੋਕ ਘਰਾਂ ਤੋਂ ਬਾਹਰ ਨਹੀਂ ਸੀ ਨਿਕਲਦੇ, ਉਹ ਆਪਣੇ ਪਰਿਵਾਰ ਦੇ ਨਾਲ, ਆਪਣੀ ਬੇਟੀ ਦੇ ਨਾਲ, ਆਪਣੀ ਮਿਸਿੰਗ ਦੇ ਨਾਲ ਉਹ ਪਿੰਡਾਂ ਦੇ ਵਿੱਚ ਜਾ ਕੇ ਗਰੀਬ ਲੋਕਾਂ ਨੂੰ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਉਹ ਲੋਕਾਂ ਨੂੰ ਰਾਸ਼ਨ ਜਿਹੜਾ ਸੀ ਉਹ ਬਿਲਕੁਲ ਸਹੀ ਗੱਲ ਤੇ ਉਹ ਲੋਕਾਂ ਦੀ ਹਮਦਰਦੀ ਆ ਜੀ। ਲੋਕ ਸਮਾਂ ਢੀਕ ਰਹੇ ਨੇ, ਬਸ ਲੋਕ ਸਵਾਰ ਹੋਣ ਲਈ ਤਿਆਰ ਨੇ ਤੇ ਅਕਾਲੀ ਦਲ ਦੀ ਬੇੜੀ ਵਿੱਚ ਲੋਕ ਚੜ੍ਹਨ ਨੂੰ ਤਿਆਰ ਨੇ। ਲੋਕ ਸਮਾਂ ਢੀਕ ਰਹੇ, ਜਦੋਂ ਗਰੀਬ ਲੋਕ ਨੇ ਅਜੇ ਲੋਕ ਖੁੱਲ੍ਹ ਕੇ ਆਪਣੀ ਆਵਾਜ਼ ਨਹੀਂ ਉਠਾ ਸਕਦੇ। ਲੋਕਾਂ ਨੂੰ ਲੋੜ ਹੈ, ਲੋਕ ਡਰਦੇ ਨੇ ਕਿ ਕਿਤੇ ਸਾਡੇ ਕਾਰਡ ਨਾ ਕੱਟੇ ਜਾਣ, ਲੋਕ ਡਰਦੇ ਨੇ ਕਿ ਸਰਪੰਚ ਐਸਾ ਨਾ ਹੋਏ ਕਿ ਸਾਨੂੰ ਮੋਹਰ ਨਾ ਲਾ ਕੇ ਸਾਡੀ ਪੈਨਸ਼ਨ ਨਾ ਕੱਟੀ ਜਾਏ। ਇਲੈਕਸ਼ਨ ਜਿਹੜੀ ਆ ਡਿਕਲੇਅਰ ਹੋ ਲੈਣ ਦਿਓ, ਉਹ ਫਿਰ ਤੁਹਾਨੂੰ ਅਸੀਂ ਦੱਸਾਂਗੇ ਵੀ ਕੀ ਭਾਗ ਕੀ। ਬਿਲਕੁਲ ਸਹੀ ਗੱਲ ਹੈ ਸਰ, ਬਿਲਕੁਲ ਸਹੀ ਗੱਲ ਤੁਸੀਂ ਯਾਰ। ਇਹ ਜਿਹੜਾ ਸਰ ਤੁਸੀਂ ਜਵਾਬ ਦਿੱਤਾ, ਬਹੁਤ ਹੀ ਵਧੀਆ ਜਵਾਬ ਦਿੱਤਾ ਸਰ, ਕਿ ਵਾਕਿਆ ਹੀ ਲੋਕ ਹਾਲੇ ਚੁੱਪ ਬੈਠੇ ਨੇ ਸਰ। ਇੱਥੋਂ ਤੱਕ ਕਿ ਜਿਹੜੇ ਕਈ ਕਾਂਗਰਸ ਦੇ ਸਰਪੰਚ ਨੇ ਉਹ ਵੀ ਚੁੱਪ ਬੈਠੇ ਨੇ, ਪਰ ਸਾਨੂੰ ਉਹਨਾਂ ਨੇ ਕਈਆਂ ਨੇ ਕਿਹਾ ਹੈ ਕਿ ਅਸੀਂ ਬਸ ਦੇਖ ਰਹੇ ਹਾਂ, ਟਾਈਮ ਹੀ ਦੇਖ ਰਹੇ ਹਾਂ। ਕੋਈ ਸੂਏ ਦਾ ਕੰਢਾ ਟੁੱਟ ਜੇ ਤੇ ਸ਼ਾਇਦ ਉਹ 'ਤੇ ਕੰਟਰੋਲ ਹੋ ਸਕਦਾ, ਹਾਂਜੀ, ਪਰ ਜਦੋਂ ਕਿਸੇ ਦਰਿਆ ਦਾ ਕੰਢਾ ਟੁੱਟ ਜੇ, ਉੱਤੇ ਨਹੀਂ ਹੋ ਸਕਦਾ, ਵਹਾਓ ਅਜੇ ਉਹ ਨਹੀਂ ਹੋ ਸਕਦਾ। ਉਹ ਮੈਂ ਦੇਖਿਆ ਇੱਕ ਐਸਾ ਹੜ੍ਹ ਆਊਗਾ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਕਿ ਮੰਨ ਲਓ ਇਹਨਾਂ ਨੂੰ ਰੋਕਣਾ ਜਿਹੜਾ ਬਹੁਤ ਔਖਾ ਹੋ ਜਾਊਗਾ। ਇਹ ਤੇ ਪਿੰਡਾਂ ਦੇ ਵਰਕਰਾਂ ਦੀ ਗੱਲ ਕਰਦੇ ਨੇ, ਇਹਨਾਂ ਦੇ ਮੰਤਰੀ ਆਉਣ ਲਈ ਤਿਆਰ ਨੇ, ਬਹੁਤ ਸਾਰੇ ਸੁਖਬੀਰ ਸਿੰਘ ਬਾਦਲ ਜੀ ਦੇ ਮੰਨ ਲਓ ਉਹਨਾਂ ਦੇ ਹੈਗੇ ਨੇ ਪ੍ਰੋਡਕਟ ਵਿੱਚ ਜਿਹੜੇ ਆਉਣ ਲਈ ਤਿਆਰ ਨੇ। ਹੁਣ ਤੁਸੀਂ ਦੇਖਿਆ ਆ 3-4 ਜਣੇ ਹੁਣ ਆ ਗਏ ਨੇ, ਆ ਰਣਵਾ ਜੀ ਆਏ ਨੇ, ਇਹਨਾਂ ਦੇ ਹੋਰ ਇਸ ਤੋਂ ਪਹਿਲਾਂ ਆਏ ਨੇ, ਪਰ ਬਹੁਤ ਸਾਰੇ ਆਉਣ ਲਈ ਤਿਆਰ ਨੇ। ਇਹਨਾਂ ਦੀ ਕਸਮ ਖਾ ਕੇ ਗੁਟਕਾ ਸਾਹਿਬ ਦੀ ਲੋਕਾਂ ਨੂੰ ਇਹਨਾਂ ਦੇ ਬਿਰਬੀਆਂ ਦੇ ਨਾਂ ਤੇ ਜ਼ਿਮੀਂਦਾਰ ਭਾਈਚਾਰੇ ਨੂੰ ਇਹਨਾਂ ਨੇ ਕਰਜ਼ੇ ਮਾਫ ਕਰਨ ਕਰਕੇ, ਨੌਜਵਾਨਾਂ ਲੋਕਾਂ ਨੂੰ ਰੁਜ਼ਗਾਰ ਦੇਣ ਕਰਕੇ, ਨੌਕਰੀਆਂ ਦੇਣ ਕਰਕੇ, ਨਸ਼ਾ ਬੰਦ ਕਰਕੇ। ਹੁਣ ਤੁਸੀਂ ਮੈਨੂੰ ਦੱਸੋ, ਇਹ ਕਹਿੰਦੇ ਸੀ ਨਸ਼ਾ ਉਦੋਂ ਜ਼ਿਆਦਾ ਵਿਕ ਰਿਹਾ, ਹੁਣ ਨਸ਼ਾ ਘੱਟ ਵਿਕ ਰਿਹਾ, ਹੁਣ ਉਸ ਤੋਂ ਜ਼ਿਆਦਾ ਵਿਕ ਰਿਹਾ। ਹੁਣ ਕੁਇੰਟਲਾਂ ਦਾ ਜਿਹੜਾ ਹੈਗੀ ਸਮੈਕ ਫੜੀ ਜਾ ਰਹੀ ਹੈ। ਹੁਣ ਕੈਪਟਨ ਸਾਹਿਬ ਕਿੱਥੇ ਨੇ? ਹੁਣ ਜਿਹੜੀ ਕਸਮ ਖਾਧੀ ਸੀ ਉਹ ਕਿੱਥੇ ਗਈ? ਇਹਨਾਂ ਦੀ ਲੈਬੋਰਟਰੀ ਫੜੀ ਗਈ ਅੰਮ੍ਰਿਤਸਰ ਤੋਂ ਸਰ, ਹੀਰੋਇਨ ਦੀ ਬਣਾਉਣ ਦੀ ਲੈਬੋਰਟਰੀ ਫੜੀ ਗਈ। ਅਫਗਾਨਿਸਤਾਨ ਦਾ ਇੱਕ ਨਾਲ ਬੰਦਾ ਫੜਿਆ ਗਿਆ। ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ, ਇਹ ਕਹਿੰਦੇ ਸੀ ਬੇਅਦਬੀਆਂ ਜਿਹੜੀਆਂ ਹੈਗੀਆਂ ਉਹ ਬਾਦਲਾਂ ਨੇ ਕਰਨੀਆਂ। ਬਾਦਲਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸ੍ਰੀ ਅਖੰਡ ਪਾਠ ਸਾਹਿਬ ਕਰਾ ਕੇ ਇੱਕ ਅਰਦਾਸ ਕੀਤੀ ਸੀ ਵੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੇਰੇ ਚਰਨਾਂ 'ਚ ਅਰਦਾਸ ਹੈ ਕਿ ਜਿਨ੍ਹਾਂ ਲੋਕਾਂ ਨੇ ਬੇਅਦਬੀਆਂ ਕੀਤੀਆਂ ਨੇ ਜਾਂ ਕਰਾਈਆਂ ਨੇ ਉਹਨਾਂ ਦਾ ਕੱਖ ਨਾ ਰਹੇ, ਉਹਨਾਂ ਦਾ ਬੇੜਾ ਗਰਕ ਹੋ ਜਾਏ। ਜੇਕਰ ਇਹ ਇੰਨੇ ਸੱਚੇ ਸੁੱਚੇ ਨੇ ਕਾਂਗਰਸ ਵਾਲੇ, ਇਹ ਵੀ ਅਖੰਡ ਪਾਠ ਸਾਹਿਬ ਅਕਾਲ ਤਖਤ ਸਾਹਿਬ 'ਤੇ ਕਰਾਉਣ, ਇਹ ਵੀ ਅਰਦਾਸ ਕਰਾਉਣ, ਇਹੀ ਗੱਲ ਇਹ ਵੀ ਕਹਿਣ ਕਿ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਨੇ ਜਾਂ ਕਰਾਈਆਂ ਨੇ ਉਹਨਾਂ ਦਾ ਕੱਖ ਨਾ ਰਹੇ। ਉਹਨਾਂ ਨੇ ਅਰਦਾਸ ਕੀਤੀ ਸੀ, ਤੁਸੀਂ ਦੇਖ ਰਹੇ ਹੋ ਕਾਂਗਰਸ ਦਾ ਬੇੜਾ ਗਰਕ ਹੋ ਰਿਹਾ ਔਰ ਹੋਣਾ ਵਾ, ਬਿਲਕੁਲ ਹੋ ਰਿਹਾ ਸਰ। ਬਿਰਥੀ ਕਦੀ ਨਾ ਹੋਵੀ ਜਨ ਕੀ ਅਰਦਾਸ, ਗੁਰੂ ਘਰ ਵਿੱਚ ਕੀਤੀ ਹੀ ਅਰਦਾਸ ਕਦੀ ਬਿਰਥੀ ਨਹੀਂ ਜਾਂਦੀ, ਕਦੀ ਨਹੀਂ ਜਾਂਦੀ। ਸਹੀ ਗੱਲ ਹੈ ਸਰ, ਕਦੀ ਨਹੀਂ ਜਾਂਦੀ। ਇਹ ਇੱਦਾਂ ਦਾ ਇੱਕ ਰਾਜਨੀਤੀ ਸਟੰਟ ਸੀ। ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜੀ ਨੇ ਇੰਨੇ ਕੰਮ ਕੀਤੇ ਸੀ, ਇਹਨਾਂ ਵਿਕਾਸ ਕੀਤਾ ਸੀ, ਇਹਨਾਂ ਕੋਲ ਕੋਈ ਮੁੱਦਾ ਨਹੀਂ ਸੀ। ਇਹਨਾਂ ਨੇ ਇਹ ਸੋਚਿਆ ਜਿਹੜਾ ਪ੍ਰਸ਼ਾਂਤ ਸਾਗਰੇ ਲਈ ਫਿਰਦੇ ਨੇ, ਇਹ ਸਾਰੀਆਂ ਉਹਨਾਂ ਦੀਆਂ ਚਾਲਾਂ ਸੀ, ਕਿਉਂਕਿ ਇਹਨਾਂ ਦਾ ਉਹ ਸਲਾਹਕਾਰ ਸੀ, ਉਹਨੇ ਪੈਸੇ ਬਹੁਤ ਸਾਰੇ ਇਹਨਾਂ ਕੋਲ ਲਏ ਸੀ। ਉਹਨੇ ਕਿਹਾ ਵੀ ਜੇ ਤੁਸੀਂ ਆਪਣੀ ਸਰਕਾਰ ਬਣਾਉਣੀ ਹੈ ਤੇ ਤੁਸੀਂ ਇਹੋ ਜਿਹਾ ਮੁੱਦਾ ਦੇਖੋ। ਲੋਕਾਂ ਦੀਆਂ ਭਾਵਨਾ ਜਿਹੜੀਆਂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ
ਜੁੜੀਆਂ, ਬੇਅਦਬੀ ਹੋਈ, ਲੋਕਾਂ ਨੂੰ ਦੁੱਖ ਸੀ, ਸਿੱਖ ਭਾਈਚਾਰੇ ਨੂੰ ਵੀ ਦੁੱਖ ਸੀ, ਠੀਕ ਹੈ। ਪਰ ਮੈਂ ਇੱਕ ਗੱਲ ਕਹਿੰਦਾ, 4.5 ਸਾਲ ਹੋ ਗਏ, ਜੇ ਇਹਨਾਂ ਕੋਲ ਸਬੂਤ ਨੇ, ਇਹ ਪੇਸ਼ ਕਿਉਂ ਨਹੀਂ ਕਰਦੇ? ਪੇਸ਼ ਕਿਉਂ ਨਹੀਂ? ਇਹਨਾਂ ਨੇ ਪਹਿਲੇ ਆਪੇ ਸਿੱਟ ਬਣਾਈ, ਜੇ ਉਹ ਸਿੱਟ ਬਣਾਈ, ਮੰਨ ਲਓ ਪੇਸ਼ ਹਾਈ ਕਿਉਂ ਕੋਰਟ ਨੇ ਨਹੀਂ ਉਹ ਰੱਦ ਕੀਤੀ, ਰਾਤ ਉਹਦੇ ਵਿੱਚ ਬਾਦਲ ਜਿਹੜੇ ਸੀ ਮੰਨ ਲਓ ਦੋਸ਼ੀ ਨਹੀਂ ਪਾਏ ਗਏ। ਨਹੀਂ ਦੋਸ਼ੀ ਪਾਏ। ਜੇਕਰ ਮੰਨ ਲਓ ਇਹਨਾਂ ਕੋਲ ਸਬੂਤ ਨੇ, ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜੀ ਨੇ ਕਿਹਾ, ਮਜੀਠੀਆ ਸਾਹਿਬ ਨੇ ਕਿਹਾ ਕਿ ਜੇ ਤੱਕ ਸਬੂਤ ਹੈ ਲਿਆਓ, ਦਿਓ, ਜੋ ਕਿਉਂ ਨਹੀਂ ਦਿੰਦੇ? ਸ਼ਰੇਆਮ ਕਿਆ ਸ਼ਰੇਆਮ ਇਹਦਾ ਮਤਲਬ ਇਹ ਸਾਰੀ ਰਾਜਨੀਤੀ ਜਿਹੜੀ ਆ, ਹੁਣ ਇਹਨਾਂ ਦੀਆਂ ਇਹ ਚਾਲਾਂ ਨਹੀਂ ਚੱਲਣੀਆਂ। ਲੋਕ ਬੜੇ ਸਿਆਣੇ ਹੋ ਗਏ ਨੇ ਤੇ ਇਹਨਾਂ ਦਾ ਜਿਹੜਾ ਰਾਜਨੀਤਿਕ ਸਟੰਟ ਉਹ ਬਿਲਕੁਲ ਖਤਮ ਹੋ ਜਾਣਾ ਵਾ। ਬੜੇ ਟੌਰ ਨਾਲ ਜਿਤਾਵਾਂਗੇ ਜੀ, ਬਹੁਤ ਟੌਰ ਨਾਲ ਜਿਤਾਵਾਂਗੇ, ਬਹੁਤ ਟੌਰ ਨਾਲ ਜਿਤਾਵਾਂਗੇ। ਮੈਂ ਇੱਕ ਬੇਨਤੀ ਕੀਤੀ ਆ ਕਿ ਲੋਕ ਗਰੀਬ ਨੇ, ਲੋਕ ਉੱਪਰ ਕੇ ਸਾਹਮਣੇ ਨਹੀਂ ਆਉਣਾ ਚਾਹੁੰਦੇ, ਪਰ ਪਰ ਜਦੋਂ ਟਾਈਮ ਆਇਆ ਉਦੋਂ ਉੱਭਰ ਕੇ ਆਉਣਗੇ। ਬਿਲਕੁਲ ਆਉਣਗੇ, ਬਿਲਕੁਲ ਉੱਭਰ ਕੇ ਆਉਣਗੇ। ਠੀਕ ਹੈ। ਅੱਛਾ ਸਰ, ਇੱਕ ਹੋਰ ਸਵਾਲ ਸੀ ਮੇਰਾ ਕਿ ਉਸ ਤੋਂ ਬਾਅਦ ਸਰ 2 ਸਾਲ ਮੇਰੇ ਖਿਆਲ ਰਹਿ ਗਏ ਨੇ, 2 ਸਾਲ ਸਰਪੰਚੀ ਦੀ ਇਲੈਕਸ਼ਨ 'ਚ ਵੀ, ਤੇ ਸਰਪੰਚੀ ਦੀ ਇਲੈਕਸ਼ਨ ਵਾਸਤੇ ਐਤਕਾਂ ਆਪਾਂ ਮਤਲਬ ਕਿ ਖੜੇ ਹੋਵਾਂਗੇ। ਦੇਖੋ, ਇਹ ਫੈਸਲਾ ਹੁੰਦਾ ਜਨਤਾ ਦਾ। ਸਰ ਮੈਂ ਗੱਲ ਕਰਾਂ, ਇਹ ਗੱਲ ਮੈਂ ਤੁਹਾਨੂੰ ਕਹਿਣੀ ਚਾਹੁੰਦਾ, ਖਾਸ ਕਰਕੇ ਧਿਆਨ ਤੁਸੀਂ ਜ਼ਰੂਰ ਰੱਖਿਓ। ਅਸੀਂ ਤੁਹਾਡੇ ਪਿੰਡ ਦਾ ਸਰਵੇ ਕੀਤਾ, ਤੁਹਾਨੂੰ ਨਹੀਂ ਪਤਾ, ਅਸੀਂ ਸਰਵੇ ਕੀਤਾ ਹੈ ਤੁਹਾਡੇ ਪਿੰਡ ਦਾ ਸਾਰੇ ਦਾ, ਠੀਕ ਹੈ। ਸਾਨੂੰ ਜੋ ਮਤਲਬ ਪਿੰਡ ਵਾਸੀਆਂ ਨੇ ਕਿਹਾ, ਅਸੀਂ ਜੇ ਕਿਸੇ ਨੂੰ ਪੁੱਛਿਆ, ਕਿਸੇ ਨੇ ਮਤਲਬ ਨਾਂ ਲਿਆ ਤੁਹਾਡਾ ਕਿ ਉਹ ਸਰਪੰਚ ਆਉਣ, ਤੇ ਅਸੀਂ ਉਹਨਾਂ ਨੂੰ ਵੋਟ ਪਾਉਣ ਲਈ ਉਹਨਾਂ ਦੇ ਨਾਲ ਖਲੋ ਗਏ, ਭਾਵੇਂ ਸਾਡੇ ਕੋਲ ਆਪ ਵੋਟ ਫੜ ਲੈਣ। ਸਾਡੇ ਹੱਕ ਵਿੱਚ ਨੇ ਸਰ ਵੋਟ, ਮਤਲਬ ਪਿੰਡ ਵਾਸੀ। ਧੰਨਵਾਦ ਕਰਦਾ। ਤੇ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ, ਜੇ ਜਨਤਾ ਸਾਨੂੰ ਸੇਵਾ ਬਖਸ਼ਿਸ਼ ਕਰੂਗੀ ਤੇ ਅਸੀਂ ਸੇਵਾ ਕਰਾਂਗੇ। ਬਿਲਕੁਲ। ਮੈਂ ਇੱਕ ਬੇਨਤੀ ਕਰਦਾ, ਮਜ਼ਾ ਹੁੰਦਾ ਮੈਦਾਨ ਵਿੱਚ ਘੁਲ ਕੇ, ਜਿਹੜਾ ਜਿੱਤ ਜੇ ਅਰਮਾਲੀ। ਮੈਂ ਕਹਿੰਦਾ ਵੀ ਜੇ ਬੜੇ ਕੋਈ ਭਲਵਾਨ ਸੀ ਇਹ ਮੇਰੇ ਤੇ ਮੇਰੇ ਪਿਤਾ ਜੀ ਦੇ ਪਰਚਾ ਨਾ ਕਰਾਉਂਦੇ। ਇਹਨਾਂ ਨੂੰ ਕੀ ਖਤਰਾ ਪਿਆ ਸੀ? ਅਸੀਂ ਇਲੈਕਸ਼ਨਾਂ ਲੜੀਆਂ ਨੇ, ਅਸੀਂ ਕਿਸੇ ਦੇ ਕਾਗਜ਼ ਰਾਤ ਨਹੀਂ ਕਰਾਏ, ਅਸੀਂ ਇਲੈਕਸ਼ਨ ਲੜੀ। ਮੈਨੂੰ ਕਹਿੰਦੇ ਰਹੇ ਵੀ ਕਿੱਦਾਂ, ਮੈਂ ਕਿਹਾ ਜੀ ਬਿਲਕੁਲ ਇਹ ਕੁਝ ਨਹੀਂ ਕਰਨਾ, ਆਪਾਂ ਇਲੈਕਸ਼ਨ ਲੜਨੀ ਆ, ਜਿਹਨੂੰ ਜਨਤਾ ਜਿਹੜੀ ਆ ਮਾਣ ਦਊਗੀ ਉਹ ਠੀਕ ਹੈ। ਆਪਾਂ ਜੇ ਕਿਸੇ ਇਲੈਕਸ਼ਨ ਕਾਗਜ਼ ਰੱਦ ਕਰਾ ਕੇ ਇਲੈਕਸ਼ਨ ਜਿੱਤੀ ਤੇ ਲੱਖ ਸਾਡੇ ਇਲੈਕਸ਼ਨ ਦਾ। ਅਸੀਂ ਹੁਣ ਵੀ ਕਹਿੰਦੇ ਆ ਕਿਸੇ ਬੰਦੇ ਦੀ ਅਸੀਂ ਕਾਗਜ਼ ਰੱਦ ਨਹੀਂ ਕਰਾਵਾਂਗੇ, ਇਲੈਕਸ਼ਨ ਲੜਾਂਗੇ ਮੈਦਾਨ ਦੇ ਵਿੱਚ ਆ ਕੇ, ਜਿਹਨੂੰ ਜਨਤਾ ਜਿਹੜੀ ਆ ਉਹ ਪਿਆਰ ਹੋਊਗੀ ਉਹ ਠੀਕ ਹੈ। ਇਹ ਗੁਰੂ ਨੇ ਸਤਿਕਾਰ ਦੇਣਾ, ਇਹ ਵਡਿਆਈਆਂ ਗੁਰੂ ਦੀਆਂ ਨੇ, ਸਾਹਿਬ ਹੱਥ ਵਡਿਆਈਆਂ ਜਿਸ ਭਾਵੇਂ ਤਸਦੇ, ਜਿੰਨੇ ਕੰਮ ਕਰਨਾ ਵਾ ਲੋਕਾਂ ਨੇ ਇਹਨੂੰ ਮਾਣ ਸਤਿਕਾਰ ਦੇਣਾ। ਬਿਲਕੁਲ ਸਹੀ ਗੱਲ। ਹਾਂਜੀ ਹਾਂਜੀ, ਮੇਰੇ ਬੱਚਿਆਂ ਵਰਗਾ ਵਾ, ਸਾਡਾ ਵੀ ਛੋਟਾ ਵੀਰ ਹੈ ਜੀ, ਮੈਨੂੰ ਬੜੀ ਖੁਸ਼ੀ ਆ। ਸਾਡਾ ਵੀ ਵੀਰ ਮੈਂ ਉਹਨੂੰ ਇੱਕ ਗੱਲ ਕਹੀ ਆ ਕਿ ਤਗੜਾ ਹੋ ਕੇ ਕੰਮ ਕਰ। ਹਾਂਜੀ, ਆਪਾਂ ਕੰਮ ਦੇ ਨਾਲ, ਮੈਂ ਕਦੀ ਬਦਲੇ ਦੀ ਭਾਵਨਾ ਜਿਹੜੀ ਆ ਉਹ ਰੱਖੀ ਨਹੀਂ ਗਈ। ਜਦੋਂ ਕੰਮ ਕਰੂਗਾ ਤੇ ਮੈਨੂੰ ਵੀ ਲੋੜ ਆ ਕਿਸੇ ਦੇ ਅੰਗਰੇਜ਼ ਤੋਂ ਬੋਲਣ ਦੀ। ਜੇ ਕਿਤੇ ਢਿੱਡ ਪੀੜ ਹੋਊਗੀ ਤੇ ਆਪੇ ਕੋਈ ਰੌਲਾ ਪਾਊਗਾ। ਮੇਰੇ ਕੋਲ ਲੋਕ ਆਉਂਦੇ ਨੇ ਵੀ ਇਹ ਹੋ ਗਿਆ, ਉਹ ਹੋ ਗਿਆ, ਜੇ ਹੋ ਗਿਆ। ਮੈਂ ਕਿਹਾ ਜੀ ਮੈਨੂੰ ਕੋਈ ਤਕਲੀਫ ਨਹੀਂ ਹੈ, ਮੈਨੂੰ ਕੋਈ ਤਕਲੀਫ ਨਹੀਂ ਆ। ਜਿਹਨੂੰ ਕਿਹਨੂੰ ਤਕਲੀਫ ਆ ਜਾ ਕੇ ਤੁਸੀਂ ਨਾਲ ਗੱਲ ਕਰ ਲਓ। ਇਕੱਠੇ ਹੁੰਦੇ ਆ, ਇੱਕ ਦੂਜੇ ਦੇ ਵਿਆਹ ਸ਼ਾਦੀਆਂ ਵਿੱਚ ਵੀ ਇਕੱਠੇ ਹੁੰਦੇ ਆ। ਉਹ ਸਾਡੀ ਪੋਲੀਟੀਕਲ ਜਿਹੜੀ ਹੈਗੀ ਆ ਉਹ ਗੇਮ ਹੈ, ਉਹ ਲੱਗ ਚੀਜ਼ ਹੈ। ਪੁੱਤ ਵੀ ਜਿਹੜੇ ਹੈਗੇ ਆ ਮੈਚ ਖੇਡ ਸਕਦੇ ਨੇ, ਭਰਾ ਵੀ ਖੇਡ ਸਕਦੇ ਨੇ, ਕੋਈ ਸਾਡੀ ਉਹ ਗੱਲ ਨਹੀਂ ਹੈਗੀ। ਤੇ ਬਾਕੀ ਜਿਹੜਾ ਖਾਊਗਾ ਗਾਜਰਾਂ ਉਹਦੇ ਸਹੀ ਗੱਲ ਹੈ, ਬਿਲਕੁਲ ਸਹੀ ਗੱਲ। ਤੇ ਸਰ ਤੁਹਾਡੇ ਨਾਲ ਗੱਲਾਂ ਕਰਕੇ ਇੰਨਾ ਮਜ਼ਾ ਆਇਆ, ਤੇ ਜਿੰਨੇ ਸਰ ਤੁਹਾਨੂੰ ਕੁਐਸਚਨ ਕੀਤੇ ਤੇ ਜਿੰਨੇ ਤੁਸੀਂ ਆਨਸਰ ਦਿੱਤੇ ਸਾਨੂੰ, ਇੰਨੇ ਵਧੀਆ ਆਨਸਰ ਦਿੱਤੇ ਸਰ ਕਿ ਮੇਰੇ ਖਿਆਲ ਦੇ ਨਾਲ ਕਿ ਸਾਨੂੰ 15 20 ਜਾਂ 40 50 ਦਿਨ ਲਾ ਲਈਏ ਕਿ ਸਰਵੇ ਕਰਦਿਆਂ ਨੂੰ ਇਹ ਸਾਬਕਾ ਸਰਪੰਚਾਂ ਦੇ ਹੋ ਗਏ ਨੇ, ਤੇ ਅਜੇ ਤੱਕ ਸਾਨੂੰ ਸਰ ਕਿਸੇ ਨੇ ਐਡੇ ਵਧੀਆ ਆਨਸਰ ਨਹੀਂ ਦਿੱਤੇ ਜਿੱਡੇ ਵਧੀਆ ਆਨਸਰ ਅੱਜ ਤੁਸੀਂ ਦਿੱਤੇ ਨੇ। ਬਹੁਤ ਸਰ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਰ ਇੰਨੇ ਵਧੀਆ ਸਾਨੂੰ ਆਨਸਰ ਦਿੱਤੇ ਕਿ ਜਿਹੜੇ ਸਾਡੀ ਵੀ ਨੌਲੇਜ ਵਾਸਤੇ ਸਾਨੂੰ ਵਧੀਆ ਲੱਗੇ। ਮੈਂ ਪਹਿਲੇ ਵੀ ਤੁਹਾਡਾ ਧੰਨਵਾਦ ਕੀਤਾ, ਹੁਣ ਵੀ ਮੈਂ ਕਰਦਾ। ਕੁਝ ਗੱਲਾਂ ਹੁੰਦੀਆਂ ਨੇ ਕਹਿਣ ਨੂੰ ਕੁਝ ਤੇ ਉਂਝ ਕੁਝ। ਮੈਂ ਇਹ ਗੱਲ ਕਹਿਣਾ ਕਿ ਤੁਸੀਂ ਆਏ ਹੋ ਮੇਰੇ ਪਿੰਡ ਵਿੱਚ, ਤੁਸੀਂ ਰਾਉਂਡ ਲਾਓ, ਲੋਕਾਂ ਨੂੰ ਪੁੱਛੋ ਵੀ ਇਹ ਗਲੀ ਬਣਾਈ ਆ, ਇਹ ਕਿੰਨੇ ਬਣਾਈ ਆ, ਇਹ ਕੰਮ ਕੀਤਾ,
ਕਿਹਨੇ ਕੀਤਾ, ਚੰਦ ਤੇ ਥੁੱਕਿਆ ਕਦੀ ਮੈਂ ਦੇਖਿਆ ਚੰਦ ਗੰਦਾ ਨਹੀਂ ਹੁੰਦਾ। ਨਹੀਂ ਠੀਕ ਹੈ ਜੀ, ਭਾਵੇਂ ਮੇਰੇ ਤੇ ਇਲਜ਼ਾਮ ਲੱਗੇ ਨੇ, ਮੈਂ ਕੋਰਟ ਵਿੱਚ ਉਹਦਾ ਜਵਾਬ ਦਊਂਗਾ। ਕੋਰਟ ਦਾ ਜੋ ਫੈਸਲਾ ਹੋਊਗਾ ਉਹ ਮੈਨੂੰ ਪ੍ਰਵਾਨ ਨਹੀਂ ਹੋਊਗਾ। ਭਾਵੇਂ ਮੇਰੇ ਪਿਤਾ ਜੀ 42 ਦਿਨ ਜੇਲ੍ਹ ਕੱਟ ਕੇ ਆਏ ਨੇ, ਮੈਂ ਵੀ ਹਾਈ ਕੋਰਟ ਤੋਂ 53 ਦਿਨ ਬਾਅਦ ਜੇਲ੍ਹ ਲੈ ਕੇ ਆਇਆ, ਮੇਰਾ ਸਟੇਟ ਲੈ ਕੇ ਆਇਆ ਸੀਗਾ। ਕੇਸ ਮੇਰਾ ਚੱਲਣ ਡਿਆ ਪਿਆ, ਕੋਈ ਗੱਲ ਨਹੀਂ। ਮੰਨ ਲਓ ਆਪਾਂ ਜਵਾਬ ਦੇਵਾਂਗੇ ਕੋਰਟ ਨੂੰ, ਅਤੇ ਜੋ ਪਰਮਾਤਮਾ ਕਰੂਗਾ ਉਹਦਾ ਫੈਸਲਾ ਵੀ ਉਹ ਪ੍ਰਵਾਨ ਕਰਾਂਗੇ। ਬਹੁਤ ਬਹੁਤ ਸਰਪੰਚ ਸਾਹਿਬ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਸਾਡੇ ਨਾਲ ਇੰਨਾ ਸਮਾਂ ਬਿਤਾਇਆ ਤੇ ਇੰਨੀਆਂ ਵਧੀਆ ਗੱਲਾਂ ਸਾਡੇ ਨਾਲ ਕੀਤੀਆਂ ਫੋਕ ਚੈਨਲ ਤੋਂ। ਤੇ ਜਿੱਦਾਂ ਤੁਹਾਨੂੰ ਦੱਸਿਆ ਕਿ ਇਸ ਵਕਤ ਅਸੀਂ ਪਿੰਡ ਧਰਮਕੋਟ ਬੱਗਾ, ਜਿਹੜਾ ਕਿ ਡਿਸਟ੍ਰਿਕਟ ਗੁਰਦਾਸਪੁਰ ਵਿੱਚ ਪੈਂਦਾ ਪਿੰਡ ਹੈ, ਅਸੀਂ ਉੱਥੋਂ ਦੇ ਸਰਪੰਚ ਸਾਹਿਬ ਸਰਦਾਰ ਸੁਖਜਿੰਦਰ ਸਿੰਘ ਜੀ, ਸਾਨੂੰ ਸਰਦਾਰ ਜਸਵੰਤ ਸਿੰਘ ਜੀ, ਉਹਨਾਂ ਦੇ ਨਿਵਾਸ ਸਥਾਨ 'ਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਸਾਨੂੰ ਜੋ ਵੀ ਦੱਸਿਆ, ਜਿਹੜੇ ਅਸੀਂ ਉਹਨਾਂ ਨੂੰ ਆਨਸਰ ਕੀਤੇ ਤੇ ਉਹਨਾਂ ਨੇ ਅੱਗੋਂ ਸਾਨੂੰ ਉੱਤਰ ਦਿੱਤੇ ਉਹਦੇ ਬਹੁਤ ਹੀ ਵਧੀਆ ਤੇ ਬਹੁਤ ਹੀ ਇੱਕ ਮਤਲਬ ਕਿ ਸਾਫ਼ ਸੁਥਰੇ ਆਨਸਰ ਉਹਨਾਂ ਦਿੱਤੇ ਕਿ ਵਾਕਿਆ ਹੀ ਜਿਹੜੀਆਂ ਕਿ ਪਾਰਟੀਆਂ ਨੇ ਇਹ ਤੇ ਕਈ ਕੁਛ ਕਰਦੀਆਂ ਨੇ ਤੇ ਕਈ ਕੁਛ ਕਹਿੰਦੀਆਂ ਨੇ। ਜਾਂ ਫੋਕ ਚੈਨਲ ਤੋਂ ਕੈਮਰਾਮੈਨ ਅਮਰਜੋਤੀ ਨਾਲ ਧੰਨਵਾਦ, ਸਤਿ ਸ਼੍ਰੀ ਅਕਾਲ।